ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਦੇ ਰਹੇ, ਜੋ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ, ਇਹਨੂੰ ਬ੍ਰਹਮ ਦਾ ਗਿਆਨ ਆਖੇ। ਬ੍ਰਹਮ ਵਿਦਿਆ, ਬ੍ਰਹਮ ਦਾ ਭੇਤ। ਔਰ ਜਿੰਨਾ ਵੀ ਇਹ ਸਾਰਾ ਪਸਾਰਾ ਹੋਇਆ, ਇਹ ਸਾਰਾ ਬ੍ਰਹਮ ਤੋਂ ਹੀ ਪਸਾਰਾ ਹੋਇਆ। ਜੋ ਵੀ ਚੱਲ ਰਿਹਾ ਉਹਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ। ਜਦੋਂ ਸਾਡਾ ਮਨ ਹੁਕਮ ਦੇ ਵਿੱਚ ਆ ਜਾਂਦਾ, ਇਹ ਜਾਗਤ ਅਵਸਥਾ 'ਚ ਆ ਜਾਂਦਾ, ਫਿਰ ਇਹਨੂੰ ਸਮਝ ਆਉਂਦੀ ਵੀ ਜੋ ਵੀ ਹੋਇਆ ਉਹ ਤੇਰੇ ਭਾਣੇ ਦੇ ਵਿੱਚ ਹੀ ਹੋਇਆ। ਬਈ ਦੂਜਾ ਹੋਰ ਕੋਈ ਕਰਨ ਵਾਲਾ ਨਹੀਂ। ਤੇਰੇ ਭਾਣੇ ਦੇ ਵਿੱਚ ਹੀ ਅਸੀਂ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਸੀ, ਜਾਗਦੇ ਨਹੀਂ ਸੀ। ਜਾਣੀ ਦੀ ਫਿਰ ਮਨ ਭਾਣੇ ਦੇ ਵਿੱਚ ਆ ਜਾਂਦਾ, ਫਿਰ ਰੋਸ ਨਹੀਂ ਕਰਦਾ। ਮਾਰੇ ਫਰਮਾਉਂਦੇ ਸੋਈ ਹੁਆ ਜੋ ਤਿਸ ਭਾਣਾ, ਆਵਰ ਨਾ ਕਿਨ ਹੀ ਕੀਤਾ। ਤੇਰੇ ਭਾਣੇ ਮਾਇਆ ਮੋਹਿਆ, ਜਾਗਤ ਨਾਹੀਂ ਸੁਤਾ। ਬਈ ਜੋ ਵੀ ਹੋਇਆ ਉਹ ਤੇਰੇ ਭਾਣੇ ਦੇ ਵਿੱਚ, ਜੋ ਵੀ ਹੋਇਆ ਤੇਰੇ ਭਾਣੇ ਦੇ ਵਿੱਚ ਹੀ ਹੋਇਆ, ਕਿਉਂਕਿ ਹੋਰ ਦੂਜਾ ਕੋਈ ਕਰਨ ਵਾਲਾ ਨਹੀਂ। ਕਾਰਨ ਕਾਰਨ ਭਰਾਵ ਏਕ ਹੈ, ਦੂਸਰ ਨਹੀਂ ਕੋਈ। ਔਰ ਜੇ ਸਾਡਾ ਮਨ ਭਾਣੇ ਦੇ ਵਿੱਚ ਆ ਜਾਂਦਾ, ਫਿਰ ਇਹ ਸੁਖੀ ਹੋ ਜਾਂਦਾ। ਫਿਰ ਇਹ ਸਮਝਦਾ ਵੀ ਹੋਰ ਤਾਂ ਕੋਈ ਕਰਨ ਵਾਲਾ ਨਹੀਂ, ਜੋ ਵੀ ਹੈ ਇਹ ਤੇਰਾ ਭਾਣਾ ਹੈ। ਅਤੇ ਉਹਦਾ ਭਾਣਾ ਸਾਨੂੰ ਫਿਰ ਮਿੱਠਾ ਲੱਗਣ ਲੱਗ ਜੀ।
ਉਹ ਤਾਂ ਹੀ ਹੋਏਗਾ ਜੇ ਹੁਣ ਅਸੀਂ ਗੁਰੂ ਦੀ ਮੱਤ ਲਵਾਂਗੇ। ਤਾਂ ਜੇ ਅਸੀਂ ਆਪਦੀ ਮੱਤ ਦੁਆਰਾ ਚੱਲਾਂਗੇ ਫਿਰ ਸਾਨੂੰ ਮਾਲਕ ਦਾ ਜਿਹੜਾ ਕੀਤਾ ਹੋਇਆ ਉਹਦਾ ਭਾਣਾ ਉਹ ਮਿੱਠਾ ਨਹੀਂ ਲੱਗਦਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਫਿਰ ਅਸੀਂ ਰੋਸ ਕਰਦੇ, ਫਿਰ ਸਾਡਾ ਮਨ ਸ਼ਿਕਵੇ ਕਰਦਾ, ਗਿਲੇ ਕਰਦਾ ਵੀ ਇੱਦਾਂ ਕਾਹਤੋਂ ਹੋਈ, ਵੀ ਆਏਂ ਨਹੀਂ ਹੋਣਾ ਚਾਹੀਦਾ ਸੀ, ਆਏਂ ਹੋਣਾ ਚਾਹੀਦਾ ਸੀ। ਮੇਰੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋਈਆਂ, ਜੋ ਮੈਂ ਚਾਹੁੰਦਾ ਸੀ ਉਹ ਮੇਰੀ ਮੰਗ ਪੂਰੀ ਹੋਣੀ ਚਾਹੀਦੀ ਸੀ। ਜਿਵੇਂ ਮੈਂ ਚਾਹੁੰਦਾ ਸੀ ਉਵੇਂ ਹੀ ਹੁੰਦਾ, ਉਵੇਂ ਕਾਹਤੋਂ ਨਹੀਂ ਹੋਇਆ। ਫਿਰ ਇਹ ਦੁਖੀ ਹੋਏਗਾ, ਫਿਰ ਇਹ ਹੋਰ ਅਸ਼ਾਂਤ। ਇਸੇ ਨੂੰ ਹੀ ਆਪਦੀ ਮੱਤ ਕਹਿੰਦੇ, ਇਸੇ ਨੂੰ ਹੀ ਆਪਦੀ ਸਿਆਣਪ ਕਹਿੰਦੇ, ਇਸੇ ਨੂੰ ਚਤਰਾਈਆਂ ਕਹਿੰਦੇ। ਜਦੋਂ ਅਸੀਂ ਚਤਰ ਬੁੱਧੀ ਵਾਲੇ ਬਣ ਜਾਂਦੇ ਹਾਂ, ਚਤਰਾਈਆਂ ਕਰਦੇ ਹਾਂ, ਫਿਰ ਅਸੀਂ ਰੱਬ ਨੂੰ ਸਲਾਹਾਂ ਦਿੱਤੀ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਕਰ। ਇਹਦਾ ਮਤਲਬ ਵੀ ਅਸੀਂ ਉਹ ਤੋਂ ਵੱਧ ਸਿਆਣੇ ਹਾਂ। ਬਈ ਤੈਨੂੰ ਨਹੀਂ ਸ੍ਰਿਸ਼ਟੀ ਚਲਾਉਣੀ ਆਉਂਦੀ, ਤੂੰ ਇੱਦਾਂ ਨਹੀਂ, ਇੱਦਾਂ ਕਰ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਮਾਲਕ ਕੋਈ ਅਜਾਣ ਨਹੀਂ, ਉਹ ਕੋਈ ਬੱਚਾ ਨਹੀਂ, ਉਹ ਕੋਈ ਨਿਆਣਾ ਨਹੀਂ ਹੈ ਜਿਹੜਾ ਅਸੀਂ ਉਹਨੂੰ ਸਲਾਹਾਂ ਦੇਈਏ। ਉਹ ਅੰਤਰਜਾਮੀ ਹੈ, ਉਹ ਘਟ ਘਟ ਦੀ ਜਾਣਨ ਵਾਲਾ ਹੈ। ਉਹ ਬਿਨਾਂ ਬੋਲਿਆਂ ਤੋਂ ਹੀ ਸਾਡੀ ਹਾਲਤ ਸਭ ਜਾਣਦਾ, ਬਿਨ ਬੋਲਿਆਂ ਸਭ ਕੁਛ ਜਾਣਦਾ। ਔਰ ਜਿਹੜਾ ਅੰਤਰਜਾਮੀ ਘਟ ਘਟ ਦੀ ਜਾਣਨ ਵਾਲਾ, ਕੀ ਉਹਨੂੰ ਕਿਸੇ ਦੀ ਸਲਾਹ ਦੀ, ਕਿਸੇ ਦੀ ਮਸ਼ਵਰੇ ਦੀ ਲੋੜ ਹੈ? ਔਰ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਅਸੀਂ ਉਹਨੂੰ ਸਲਾਹਾਂ ਨਹੀਂ ਦੇਣੀਆਂ, ਕਰਤੇ ਨੂੰ ਅਸੀਂ ਉਹਦੇ ਭਾਣੇ ਦੇ ਵਿੱਚ ਆਉਣ ਵੀ ਜੋ ਕਰ ਰਹੇ ਉਹ ਠੀਕ ਹੀ ਕਰ ਰਹੇ, ਉਹ ਚੰਗਾ ਹੀ ਕਰ ਰਹੇ, ਸਾਡੇ ਵਾਸਤੇ ਉਹੀਓ ਭਲਾ। ਜੇ ਅਸੀਂ ਭਲਾ ਕਰਕੇ ਮੰਨਾਂਗੇ ਤਾਂ ਸਾਡਾ ਮਨ ਸਹਿਜ ਵਿੱਚ ਆ ਜੂ, ਘਰ ਚਲਾ ਜਾ, ਫਿਰ ਇਹ ਸੁਖੀ ਹੋ ਜੂ, ਫਿਰ ਇਹ ਆਨੰਦ ਅਵਸਥਾ ਚਲੇ ਜਾ। ਜੇ ਅਸੀਂ ਭਲਾ ਕਰਕੇ ਨਹੀਂ ਮੰਨਾਂਗੇ, ਰੋਸੇ ਕਰਾਂਗੇ, ਤੇ ਫਿਰ ਅਸੀਂ ਦੁਖੀ ਹੋਵਾਂਗੇ। ਦੁਖੀ ਤਾਂ ਅਸੀਂ ਪਹਿਲਾਂ ਵੀ ਹਾਂ, ਫਿਰ ਅਸੀਂ ਹੋਰ ਜ਼ਿਆਦਾ ਵੱਧ ਦੁਖੀ ਹੋਵਾਂਗੇ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਭਾਣੇ ਦੇ ਵਿੱਚ ਆਓ, ਹੁਕਮ ਦੇ ਵਿੱਚ ਆਓ, ਮਾਲਕ ਦੀ ਰਜ਼ਾ ਦੇ ਵਿੱਚ ਆਓ। ਜੇ ਅਸੀਂ ਉਹਦੀ ਰਜ਼ਾ ਵਿੱਚ ਚੱਲਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ, ਫਿਰ ਸਾਨੂੰ ਕੋਈ ਦੁੱਖ ਉਦੋਂ ਜਦੋਂ ਅਸੀਂ ਭਾਣਾ ਨਹੀਂ ਮੰਨਦੇ, ਰਜ਼ਾ ਨੂੰ ਨਹੀਂ ਮੰਨਦੇ, ਹੁਕਮ ਤੋਂ ਆਕੀ ਹਾਂ, ਫਿਰ ਅਸੀਂ ਦੁਖੀ ਹਾਂ, ਫਿਰ ਅਸੀਂ ਅਸ਼ਾਂਤ। ਹੁਣ ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਭਾਣੇ ਵਿੱਚ ਕੋਈ ਵਿਰਲਾ ਹੁੰਦਾ, ਉਹਨਾਂ ਨੂੰ ਗੁਰਮੁਖ ਆਖੀ। ਜਿਹੜੇ ਭਾਣੇ 'ਚ ਆ ਗਏ, ਜਿਹੜੇ ਹੁਕਮ 'ਚ ਆ ਗਏ, ਉਹ ਗੁਰਮੁਖ ਲੱਖਾਂ 'ਚੋਂ ਕਰੋੜਾਂ ਦੇ ਵਿੱਚੋਂ ਵਿਰਲੇ, ਬਹੁਤ ਥੋੜ੍ਹੇ ਨੇ। ਭਾਈਓ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਉਹ ਉੱਤਮ ਨੇ, ਉਹ ਸ੍ਰੇਸ਼ਟ ਨੇ। ਜਗ ਮੇ ਉੱਤਮ ਕਾਢੀਏ ਵਿਰਲੇ ਕੀ, ਉਹ ਵਿਰਲਿਆਂ ਦੇ ਵਿੱਚ ਆਉਂਦੇ, ਉਹ ਥੋੜ੍ਹਿਆਂ ਦੇ ਵਿੱਚ ਆਉਂਦੇ। ਹੈਣ ਵਿਰਲੇ ਨਾਹੀਂ ਘਨੇਰੇ, ਬਈ ਉਹ ਵਿਰਲੇ ਨੇ, ਬਹੁਤੇ ਨਹੀਂ, ਘਨੇਰੇ ਨਹੀਂ, ਜ਼ਿਆਦਾ ਨਹੀਂ, ਥੋੜ੍ਹੇ। ਹੁਣ ਜਿਹੜੇ ਭਾਣੇ 'ਚ ਆ ਗਏ, ਹੁਕਮ 'ਚ ਆ ਗਏ, ਉਹ ਫਿਰ ਆਪਾਂ ਨੂੰ ਵੀ ਦੱਸਦੇ ਵੀ ਜੇ ਤੁਸੀਂ ਸੁਖੀ ਹੋਣਾ, ਤੁਸੀਂ ਵੀ ਭਾਣੇ 'ਚ ਆਓ, ਹੁਕਮ 'ਚ ਆਓ, ਫਿਰ ਤੁਸੀਂ ਸਦਾ ਸੁਖੀ ਹੋ ਜਾਓਗੇ, ਤੁਹਾਨੂੰ ਕੋਈ ਦੁੱਖ ਨਹੀਂ ਹੋਏਗਾ। ਹੌਲੀ ਜੋ ਫਿਰ ਸਾਨੂੰ ਸਤਿਗੁਰੂ ਸਿਖਾਉਂਦੇ, ਜੋ ਸਾਨੂੰ ਸਮਝਾਉਂਦੇ, ਜੋ ਉਹਨਾਂ ਨੇ ਆਪਾਂ ਨੂੰ ਆਪਣੇ ਇਸ ਧਨ ਦੇ ਉੱਤੇ ਹੰਢਾ ਕੇ ਸਾਰਾ ਕੁਛ ਸਾਨੂੰ ਸੰਸਾਰ 'ਚ ਕਰਕੇ ਦਿਖਾਏ। ਵੀ ਜੇ ਉਹਨਾਂ ਨੂੰ ਸ਼ਹਾਦਤ ਵੀ ਦੇਣੀ ਪਈ ਤੇ ਤਾਂ ਵੀ ਉਹਨਾਂ ਨੇ ਮਾਲਕ ਦਾ ਭਾਣਾ ਮੰਨਿਆ ਤੇ ਇਹੋ ਵਚਨ ਆਖੀ, ਤੁਮਰਾ ਕੀਆ ਮੀਠਾ ਲਾਗੀ,
ਹਰ ਨਾਮ ਪਦਾਰਥ ਨਾਨਕ ਮੰਗੀ, ਵੀ ਤੇਰਾ ਕੀਤਾ ਹੋਇਆ ਸਾਨੂੰ ਮਿੱਠਾ ਲੱਗਦਾ, ਪਿਆਰਾ ਲੱਗਦਾ, ਵੀ ਤੇਰਾ ਭਾਣਾ ਹੈ ਤੇ ਉਹਦੇ ਭਾਣੇ ਦੇ ਵਿੱਚ ਹੀ ਸੁੱਖ ਹੈ, ਆਨੰਦ। ਜੇ ਹੁਣ ਅਸੀਂ ਰੋਸ ਕਰਾਂਗੇ ਤੇ ਫਿਰ ਅਸੀਂ ਹੋਰ ਦੁਖੀ ਹੋਵਾਂਗੇ, ਹੋਰ ਅਸ਼ਾਂਤ ਹੋਵਾਂਗੇ। ਇਸ ਵਾਸਤੇ ਫਿਰ ਆਪਾਂ ਨੂੰ ਇਹ ਸਤਿਗੁਰੂ ਮੱਤ ਦਿੰਦੇ, ਸਾਨੂੰ ਬ੍ਰਹਮ ਦਾ ਗਿਆਨ ਦਿੰਦੇ, ਸੋਝੀ ਦਿੰਦੇ ਵੀ ਸੰਸਾਰ ਦੇ ਵਿੱਚ ਜਾਣਾ ਤਾਂ ਸਭ ਨਹੀਂ। ਜਿਹੜਾ ਵੀ ਜੀਵ ਆਇਆ ਇੱਥੇ, ਅਸੀਂ ਸਦਾ ਤਾਂ ਬੈਠੇ ਨਹੀਂ ਰਹਿਣਾ ਕਿਸੇ ਨੇ ਵੀ। ਜੋ ਵੀ ਆਇਆ ਉਹਨੇ ਇੱਥੋਂ ਜਾਣਾ ਹੀ ਜਾਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਤੇ ਜਿਹੜਾ ਸਮਾਂ ਉਹ ਸਾਨੂੰ ਗਿਣਤੀ ਦਾ ਦਿੱਤਾ ਹੋਇਆ, ਸਵਾਸਾਂ ਦਾ ਧਨ, ਜਿਹਦੇ ਵਿੱਚ ਇੱਕ ਤਿਲ ਭਰ ਵਾਧਾ ਘਟਦਾ ਨਹੀਂ। ਨਾ ਇਹ ਸਵਾਸ ਸਾਡੇ ਵਧਣੇ, ਨਾ ਇਹ ਘਟਣੇ। ਜੇ ਹੁਣ ਅਸੀਂ ਬਹੁਤੀਆਂ ਅਰਦਾਸਾਂ ਕਰੀਏ ਵੀ ਜਿਵੇਂ ਜੀਵ ਦੁਖੀ ਹੁੰਦਾ ਵੀ ਰੱਬਾ ਮੈਨੂੰ ਚੱਕ ਲਾ, ਮੈਨੂੰ ਲੈ ਜਾ, ਮੇਰਾ ਤਾਂ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ, ਉਹ ਨਹੀਂ ਚੱਕਦਾ, ਇੱਦਾਂ ਨਹੀਂ ਲੈ ਕੇ ਜਾਂਦਾ। ਸਾਡੇ ਕਹਿਣ 'ਤੇ ਥੋੜ੍ਹੀ ਉਹਨੇ ਲੈ ਕੇ ਜਾਣਾ। ਜਦੋਂ ਸਾਡਾ ਸਮਾਂ ਪੂਰਾ ਹੋ ਗਿਆ ਫਿਰ ਉਹਨੇ ਪੁੱਛਣਾ, ਫਿਰ ਉਹਨੇ ਬਿਨਾਂ ਪੁੱਛੇ ਤੋਂ ਹੀ ਲੈ ਜਾਣਾ। ਇਸ ਵਾਸਤੇ ਸਾਨੂੰ ਫਿਰ ਸਮਝਾਉਂਦੇ ਵੀ ਸਾਡੇ ਕੋਲ ਜਿਹੜਾ ਸਮਾਂ ਉਹ ਗਿਣਤੀ ਦਾ ਹੈ, ਜਿਹਦੇ ਵਿੱਚ ਇੱਕ ਤਿਲ ਮਾਤਰ ਵੀ ਵਾਧਾ ਘਟਦਾ ਨਹੀਂ। ਮਹਾਰਾਜ ਫਰਮਾਉਂਦੇ, ਗਣ ਘਾਲੇ ਸਭ ਦਿਵਸਾਸ, ਨਹਿ ਬੜਨ ਘਟਣ ਤਿਲ ਸਾਰ। ਵੀ ਇੱਕ ਤਿਲ ਮਾਤਰ ਵੀ ਇੱਧਰ ਉੱਧਰ ਨਹੀਂ ਹੋ ਸਕਦਾ। ਨਾ ਤਾਂ ਇੱਕ ਸਵਾਸ ਅਸੀਂ ਜ਼ਿਆਦਾ ਲੈ ਸਕਦੇ, ਨਾ ਅਸੀਂ ਸਵਾਸ ਘੱਟ ਲੈ ਸਕਦੇ। ਜਦੋਂ ਦਿੱਤਾ ਹੋਇਆ ਸਮਾਂ ਸਾਡਾ ਪੂਰਾ ਹੋ ਗਿਆ, ਸਾਨੂੰ ਇੱਥੋਂ ਜਾਣਾ ਹੀ ਪੈਣਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਮਾਲਕ ਦੇ ਹੱਥ, ਸਾਨੂੰ ਭੇਜਿਆ ਵੀ ਉਸ ਨੇ ਅਤੇ ਲੈ ਕੇ ਵੀ ਉਹਨੇ ਹੀ ਜਾਣਾ। ਵੀ ਇਹ ਕਿਸੇ ਇਨਸਾਨ ਜਾਂ ਕਿਸੇ ਬੰਦੇ ਦੇ ਹੱਥ ਨਹੀਂ। ਮਾਰੇ ਫਰਮਾਉਂਦੇ, ਮਾਰੇ ਰਾਖੇ ਇੱਕੋ ਆਪ, ਮਾਨਕ ਕੇ ਕਿਛ ਨਾਹੀ ਹੱਥ। ਵੀ ਮਾਨਸ ਦੇ ਕੁਛ ਹੱਥ ਨਹੀਂ ਹੈ। ਇਹ ਮਾਰਨ ਵਾਲਾ ਤੇ ਜਵਾਲਣ ਵਾਲਾ ਉਹ ਮਾਲਕ ਖੁਦ ਸੀ, ਕਿਉਂਕਿ ਮਾਲਕ ਦਾ ਖੇਲ ਹੈ। ਜੇ ਮਾਲਕ ਰੱਖਣਾ ਚਾਹਵੇ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਸਾਨੂੰ ਰੱਖ ਸਕਦਾ। ਮਾਰੇ ਫਰਮਾਉਂਦੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਜਿਵੇਂ ਕਈ ਐਸੇ ਇਲਾਕੇ ਨੇ ਵੀ ਜਿੱਥੇ ਬਹੁਤ ਬਰਫ਼ ਪੈਂਦੀ, 6-6 ਮਹੀਨੇ ਬਰਫ਼ ਪਈ ਰਹਿੰਦੀ। ਔਰ ਜਦੋਂ ਉੱਥੇ ਬਰਫ਼ ਪੈਂਦੀ, ਉੱਥੇ ਇੱਕ ਜੀਵ ਹੈ ਡੱਡੂ। ਜਦੋਂ ਬਰਫ਼ ਪੈਂਦੀ ਉਹਦੇ ਅੰਦਰਲਾ ਜਿਹੜਾ ਪਾਣੀ, ਉਹ ਪਾਣੀ ਵੀ ਬਰਫ਼ ਬਣ ਜਾਂਦਾ ਅਤੇ ਉਹਦਾ ਜਿਹੜਾ ਸਰੀਰ ਉਹ ਵੀ ਬਰਫ਼ ਦੇ ਵਿੱਚ। ਹੁਣ ਉਹ 6 ਮਹੀਨੇ ਪਿਆ ਰਹਿੰਦਾ ਉੱਥੇ ਬਰਫ਼ ਦੇ ਵਿੱਚ। ਜਦੋਂ ਫਿਰ ਉਹ ਬਰਫ਼ ਪਿਘਲਦੀ ਹੈ, ਜਿਹੜਾ ਉਹਦੇ ਅੰਦਰ ਦਾ ਪਾਣੀ, ਉਹ ਪਾਣੀ ਖੁਰਦਾ ਹੈ ਅਤੇ 6 ਮਹੀਨਿਆਂ ਬਾਅਦ ਫਿਰ ਉਹ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ, ਫਿਰ ਉਹ ਤੁਰਨਾ ਸ਼ੁਰੂ ਕਰ ਦਿੰਦਾ। ਹੁਣ ਉਹ 6 ਮਹੀਨੇ ਬਿਨਾਂ ਸ਼ਵਾਸਾਂ ਤੋਂ ਉੱਥੇ ਪਿਆ ਰਹੇ। ਅਤੇ ਇਸੇ ਨੂੰ ਮਹਾਰਾਜ ਕਹਿੰਦੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਵੀ ਜੇ ਉਹ ਚਾਹਵੇ ਤਾਂ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ। ਜਦੋਂ ਫਿਰ ਉਹ ਸਮਾਂ ਉਹਦਾ ਫਿਰ ਉਹ ਚੱਲਣਾ ਸ਼ੁਰੂ ਕਰ ਦਿੰਦਾ, ਫਿਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜਿਹਦੇ ਸਵਾਸ ਮੈਂ ਆਪ ਨਹੀਂ ਰੋਕ ਦਿੰਦਾ, ਉਹਨੂੰ ਕੋਈ ਵੀ ਜੀਵ ਦੂਸਰਾ ਮਾਰ ਨਹੀਂ ਸਕਦਾ। ਫਰਮਾਉਂਦੇ, ਜਿਸ ਕੇ ਸਾਸ ਨਾ ਕਾਢ ਤਾਪ, ਤਾਂ ਕੋ ਰੱਖਤ ਦੇ ਕਰ ਹੱਥ। ਮਹਾਰਾਜ ਕਹਿੰਦੇ ਵੀ ਜਿਹਦੇ ਸਾਹ ਮੈਂ ਖੁਦ ਨਹੀਂ ਕੱਢ ਲੈਂਦਾ, ਜਿਹਦਾ ਸਮਾਂ ਖਤਮ ਨਹੀਂ ਹੁੰਦਾ, ਉਹਨੂੰ ਮੈਂ ਹੱਥ ਦੇ ਕੇ ਰੱਖ ਲੈਂਦਾ, ਕਿਉਂਕਿ ਉਹਦਾ ਹਜੇ ਸਮਾਂ ਨਹੀਂ ਆਇਆ। ਉਹਦਾ ਕੋਲ ਹਜੇ ਸਵਾਸਾਂ ਦਾ ਧਨ ਸਮਾਂ ਹੈਗਾ,
ਜਦ ਤੱਕ ਸਾਡੇ ਕੋਲ ਸਮਾਂ ਹੈਗਾ ਅਸੀਂ ਕਿਤੇ ਨਹੀਂ ਜਾਣ ਲੱਗੇ। ਜਦੋਂ ਸਾਡਾ ਸਮਾਂ ਦਿੱਤਾ ਹੋਇਆ ਖਤਮ ਹੋ ਗਿਆ, ਫਿਰ ਸਾਨੂੰ ਕੋਈ ਰੱਖ ਨਹੀਂ ਸਕਦਾ, ਫਿਰ ਸਾਨੂੰ ਕੋਈ ਬਚਾ ਨਹੀਂ ਸਕਦਾ। ਮਹਾਰਾਜ ਤਾਂਹੀਓ ਕਹਿੰਦੇ ਵੀ ਜਿਹੜਾ ਵੈਦ ਹੈ, ਡਾਕਟਰ, ਉਹ ਕਹਿੰਦਾ ਵੀ ਮੇਰੇ ਕੋਲ ਦਵਾਈ ਬੂਟੀ ਬਹੁਤ ਵਧੀਆ, ਵੀ ਦਾਰੂ ਮੇਰੇ ਵੱਸ ਹੈ, ਵੀ ਇੱਕ ਵਾਰ ਜੀਵ ਨੂੰ ਮੇਰੇ ਕੋਲ ਲੈ ਆਓ, ਉਹਨੂੰ ਮੈਂ ਮਰਨ ਨਹੀਂ ਦਿੰਦਾ, ਮੇਰੇ ਕੋਲ ਐਸੇ ਇਲਾਜ ਨਹੀਂ। ਹੁਣ ਮਹਾਰਾਜ ਕਹਿੰਦੇ ਵੀ ਵੈਦ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਮਾਲਕ ਦੇ ਵੱਸ ਹੈ। ਜਦੋਂ ਦਿੱਤਾ ਹੋਇਆ ਸਮਾਂ ਜੀਵ ਦਾ ਖਤਮ ਹੋ ਗਿਆ, ਉਹ ਵੈਦ ਦਾ ਖਤਮ ਹੋ ਗਿਆ, ਉਹਨੇ ਵੀ ਮਰਨਾ। ਜੇ ਉਹਦੇ ਕੋਲ ਦਾਰੂ ਹੈ ਫਿਰ ਉਹ ਤਾਂ ਮਰੀ ਨਾ। ਮਹਾਰਾਜ ਇਸ ਲਈ ਫਰਮਾਉਂਦੇ, ਵੈਦ ਕਹੇ ਹੋਂ ਹੀ ਭਲਾ, ਦਾਰੂ ਮੇਰੇ ਵੱਸ, ਇਹ ਤੋਂ ਵਸਤ ਗੋਪਾਲ ਕੀ ਜਦ ਭਾਵੇ ਲੈ ਖਸ। ਬਾਬਾ ਕਬੀਰ ਜੀ ਕਹਿੰਦੇ ਵੀ ਵੈਦ ਕਹਿੰਦਾ ਵੀ ਮੇਰੇ ਵੱਸ ਹੈ, ਉਹ ਕਹਿੰਦੇ ਵੈਦ ਨੂੰ ਵੀ ਤੇਰੇ ਵੱਸ ਨਹੀਂ, ਵੱਸ ਹੈ ਗੋਪਾਲ ਦੇ, ਪਰਮਾਤਮਾ ਨਿਰੰਕਾਰ ਦੇ ਵਾਹਿਗੁਰੂ ਦੀ। ਉਹਦੀ ਇੱਛਾ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੋਇਆ, ਉਹ ਜਦੋਂ ਮਰਜ਼ੀ ਇਸ ਸਰੀਰ ਦੇ ਵਿੱਚੋਂ ਕੱਢ ਲਵੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਸਾਰਾ ਕੁਝ ਮਾਲਕ ਦੇ ਵੱਸ ਹੈ। ਤੇ ਸਾਨੂੰ ਕਹਿੰਦੇ ਵੀ ਤੁਸੀਂ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦੇ ਫਿਰਦੇ, ਵੀ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸਾਡੀ ਪਾਲਣਾ ਪੋਸ਼ਣ ਕਰਨ ਵਾਲਾ ਇਹ ਬ੍ਰਹਮ ਹੈ, ਮਾਲਕ। ਉਹ ਸਾਨੂੰ ਚਲਾਉਂਦਾ, ਖਾਲੀ ਖਲਾ ਦੇ ਵਿੱਚ ਉਹ ਸਾਰਾ ਖੇਲ ਚੱਲਦਾ। ਹੁਣ ਆਪਾਂ ਨੂੰ ਸਮਝਾਉਣ ਵਾਸਤੇ ਵੀ ਸਾਡਾ ਜਿਹੜਾ ਮਨ ਹੈ ਉਹ ਤਾਂ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸੁੱਤਾ ਹੁੰਦਾ। ਹੁਣ ਜਦੋਂ ਅਸੀਂ ਵਿਚਾਰਾਂ 'ਚ ਚਲੇ ਜਾਂਦੇ ਹਾਂ, ਆਪਾਂ ਸਮਝ ਲਓ ਵੀ ਭੋਜਨ ਛਕਦੇ, ਹੁਣ ਆਪਣੇ ਮੂੰਹ ਦੇ ਵਿੱਚ ਕੌਣ ਬੁਰਕੀ ਪਾਉਂਦਾ? ਮਨ ਤਾਂ ਉੱਥੇ ਹਾਜ਼ਰ ਨਹੀਂ, ਮਨ ਤਾਂ ਹੋਰ ਪਾਸੇ ਸੋਚਾਂ ਦੇ ਵਿੱਚ ਫਿਰਦਾ। ਤੁਹਾਡੇ ਮੂੰਹ ਦੇ ਵਿੱਚ ਕੌਣ ਬੁਰਕੀ ਤੋੜ ਕੇ ਪਾ ਰਿਹਾ? ਉਹ ਮਾਲਕੀ ਦਾ ਪਾ ਰਿਹਾ, ਪਰਮਾਤਮਾ ਆਪ ਹੀ। ਹੁਣ ਆਪਾਂ ਇਸ਼ਨਾਨ ਕਰਦੇ ਹਾਂ, ਮਨ ਗੈਰ ਹਾਜ਼ਰ ਹੈ, ਆਪਾਂ ਨੂੰ ਕੌਣ ਨਹਾਉਂਦਾ, ਕੌਣ ਇਸ਼ਨਾਨ ਕਰਾਉਂਦਾ? ਉਹੀ ਤਾਂ ਕਰਾ ਰਿਹਾ ਪਰਮਾਤਮਾ। ਜਿਵੇਂ ਉਹ ਆਪਾਂ ਨੂੰ ਕਰਾ ਰਹੇ, ਇਸੇ ਤਰ੍ਹਾਂ ਸਾਰੇ ਉਹਦੇ ਬੱਚੇ ਨੇ। ਜਿਵੇਂ ਆਹ ਦਰਖਤ ਨੇ, ਫਸਲ ਵਾੜੀਆਂ ਨੇ, ਇਹਨਾਂ ਨੂੰ ਵੀ ਨਹਾਉਂਦਾ। ਆਪਾਂ ਦੇਖਦੇ ਹਾਂ ਬਾਰਿਸ਼ ਆਉਂਦੀ ਹੈ, ਮੀਂਹ ਪੈਂਦਾ, ਇੱਕ ਪਾਸਿਓਂ ਹਵਾ ਦਾ ਬੁੱਲਾ ਆਇਆ, ਉੱਧਰੋਂ ਨਹਾਤਾ, ਦੂਜੇ ਪਾਸਿਓਂ ਆਇਆ, ਉੱਧਰੋਂ ਨਹਾਤਾ, ਸਾਰਿਆਂ ਦਾ ਇਸ਼ਨਾਨ ਕਰਾ ਦਿੰਦਾ। ਜਿੰਨੇ ਜੀਵ ਜੰਤ ਪਹਿਲਾਂ ਤਪਦੇ ਹੁੰਦੇ, ਉਹਨਾਂ ਨੂੰ ਠੰਡਕ ਪਹੁੰਚਾਉਂਦਾ, ਉਹਨਾਂ ਨੂੰ ਸ਼ੀਤਲ ਕਰ ਦਿੰਦਾ। ਮਹਾਰਾਜ ਤਾਂਹੀਓ ਆਪਾਂ ਨੂੰ ਫਰਮਾਉਂਦੇ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਬਈ ਮੀਂਹ ਪਿਆ ਤੇ ਕਿਹਨੇ ਪਾਇਆ? ਪਰਮੇਸ਼ਰ ਨੇ। ਜਿਹੜੇ ਜੀਵ ਜੰਤ ਉਹ ਤਪਦੇ ਸੀ ਤੇ ਉਹ ਠੰਡੇ ਹੋ ਗਏ, ਸੁਖੀ ਹੋ ਗਏ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਕਰਨ ਵਾਲਾ ਮਾਲਕ ਹੀ ਹੈ, ਪਰ ਸਾਡਾ ਮਨ ਸੁੱਤਾ ਹੋਣ ਕਰਕੇ, ਭਰਮ 'ਚ ਹੋਣ ਕਰਕੇ ਸਾਨੂੰ ਭੇਤ ਨਹੀਂ ਲੱਗਦਾ ਵੀ ਸਾਨੂੰ ਕੌਣ ਚਲਾ ਰਿਹਾ। ਜਿਹੜੇ ਗੁਰਮੁਖ ਜਾਗੇ, ਜਿਨ੍ਹਾਂ ਨੇ ਜਾਗ ਕੇ ਫਿਰ ਦੇਖਿਆ, ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਕਰਨ ਵਾਲਾ ਕੋਈ ਹੋਰ ਨਹੀਂ, ਵੀ ਮਾਲਕ ਆਪ ਹੀ ਹੈ। ਜਿੱਥੇ ਵੀ ਜੀਵ ਪੈਦਾ ਕੀਤੇ, ਜਲ ਦੇ ਵਿੱਚ, ਥਲ ਦੇ ਵਿੱਚ, ਹਰ ਥਾਂ 'ਤੇ ਮਾਲਕ ਉਹਨਾਂ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ। ਵਾਹਿਓ ਮਾਰੇ ਫਰਮਾਉਂਦੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ, ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਹੀਲ ਸੋਈ। ਬਈ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੀ ਸ੍ਰਿਸ਼ਟੀ ਉਹਦੀ ਨਜ਼ਰ ਹੇਠ ਹੈ, ਕੋਈ ਵੀ ਉਹਦੀ ਨਜ਼ਰ ਤੋਂ ਜੀਵ ਬਾਹਰ ਨਹੀਂ ਹੈ। ਰਮਾਉਂਦੇ ਸਭ ਨਜ਼ਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ। ਜਿੰਨੇ ਵੀ ਜੀਵ ਮਾਲਕ ਨੇ ਪੈਦਾ ਕੀਤੇ, ਸਾਰੇ ਉਹਦੀ ਨਜ਼ਰ ਹੇਠ ਨੇ, ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ, ਸਾਰਾ ਕੁਛ ਉਹਦੇ ਵਿੱਚ ਹੀ।
ਹੁਣ ਆਪਾਂ ਹਰ ਸਮੇਂ ਉਹਦੇ ਵਿੱਚ ਹੀ ਰਹਿੰਦੇ ਹਾਂ, ਵਿੱਚ ਹੀ ਉਹਦੇ ਚੱਲਦੇ ਫਿਰਦੇ ਹਾਂ, ਵਿੱਚ ਹੀ ਕੰਮ ਕਾਰ ਕਰਦੇ ਹਾਂ, ਸਾਰਾ ਕੁਛ ਆਪਾਂ ਉਹਦੇ ਵਿੱਚ ਹੀ ਕਰਦੇ ਹਾਂ, ਉਹ ਤੋਂ ਬਾਹਰ ਨਹੀਂ। ਹੁਣ ਜਿੱਥੇ ਮਾਲਕ ਵਸਦਾ ਪਰਮਾਤਮਾ, ਉਸ ਸਥਾਨ ਦਾ ਨਾਂ ਗੁਰੂ ਨਾਨਕ ਪਾਤਸ਼ਾਹ ਨੇ ਸੱਚਖੰਡ ਦੱਸੀ ਵੀ ਸੱਚਖੰਡ ਦੇ ਵਿੱਚ ਕਿਹਦਾ ਵਾਸ? ਮਹਾਰਾਜ ਕਹਿੰਦੇ ਨਿਰੰਕਾਰ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ। ਹੁਣ ਨਿਰੰਕਾਰ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ, ਉਹ ਹਰ ਥਾਂ 'ਤੇ ਮੌਜੂਦ ਹੈ, ਘੱਟ ਘੱਟ ਦੇ ਵਿੱਚ ਰਮਿਆ ਹੋਇਆ, ਅਤੇ ਅਸੀਂ ਉਹਦੇ ਵਿੱਚ ਹੀ ਰਹਿੰਦੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਦੇਖ ਰਹੇ। ਮਹਾਰਾਜ ਤਾਈਓ ਸਾਨੂੰ ਰੋਜ਼ ਫਰਮਾਉਂਦੇ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਸਾਨੂੰ ਸਾਰਿਆਂ ਨੂੰ ਦੇਖਦਾ ਅਤੇ ਸਾਰਿਆਂ ਨੂੰ ਆਪਦੀ ਨਜ਼ਰ ਹੇਠ ਰੱਖਦਾ, ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ। ਜਿਵੇਂ ਬੱਚਾ ਛੋਟਾ ਹੁੰਦਾ ਉਹ ਮਾਂ ਪਿਓ ਦੀ ਗੋਦ ਦੇ ਵਿੱਚ ਹੁੰਦਾ, ਇਸੇ ਤਰ੍ਹਾਂ ਆਪਾਂ ਨਿਰੰਕਾਰ ਦੀ ਗੋਦ ਦੇ ਵਿੱਚ ਹੀ ਖੇਲਦੇ ਹਾਂ। ਆਪਾਂ ਉਹਦੇ ਵਿੱਚ ਹੀ ਭੱਜੇ ਫਿਰਦੇ ਹਾਂ, ਵਿੱਚ ਹੀ ਚੱਲਦੇ ਫਿਰਦੇ ਹਾਂ, ਵਿੱਚ ਹੀ ਉਹਦੇ ਆਪਾਂ ਜਿਵੇਂ ਬੱਚਾ ਹੁੰਦਾ ਮਲ ਮੂਤਰ ਕਰਦਾ, ਇਸੇ ਤਰ੍ਹਾਂ ਸਾਰਾ ਕੁਛ ਆਪਾਂ ਉਹਦੇ ਵਿੱਚ ਹੀ ਕਰਦੇ, ਉਹ ਤੋਂ ਬਾਹਰ ਨਹੀਂ। ਪਰ ਉਹ ਸਾਡਾ ਗੁੱਸਾ ਨਹੀਂ ਕਰਦਾ ਕਿਉਂਕਿ ਅਸੀਂ ਉਹਦੇ ਬੱਚੇ, ਜਿਵੇਂ ਮਾਤਾ ਪਿਤਾ ਬੱਚੇ ਦਾ, ਛੋਟੇ ਦਾ ਗੁੱਸਾ ਨਹੀਂ ਕਰਦੇ। ਜੇ ਉਹ ਉਹਨਾਂ ਦੀ ਗੋਦ ਦੇ ਵਿੱਚ ਉਹਨਾਂ ਦੇ ਕੱਪੜਿਆਂ 'ਤੇ ਉਹਨਾਂ ਦੇ ਉੱਤੇ ਮਲ ਮੂਤਰ ਕਰਦਾ ਵੀ ਉਹ ਗੁੱਸਾ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਹੀ ਬੱਚਾ ਹੈ। ਇਸੇ ਤਰ੍ਹਾਂ ਹੀ ਹੁਣ ਆਪਾਂ ਸਾਰਾ ਕੁਛ ਉਹਦੇ ਵਿੱਚ ਹੀ ਕਰਦੇ ਹਾਂ ਅਤੇ ਉਹਨੂੰ ਪਤਾ ਵੀ ਹੋਰ ਕੋਈ ਥਾਂ ਹੀ ਨਹੀਂ, ਵੀ ਹੋਰ ਕਿੱਥੇ ਜਾਣਾ ਇਹਨਾਂ ਨੇ, ਅਸੀਂ ਉਹਦੇ ਵਿੱਚ ਹੀ ਤਾਂ ਰਹਿਣਾ। ਜਿਸ ਤਰ੍ਹਾਂ ਮੱਛੀ ਹੈ ਉਹ ਪਾਣੀ ਦੇ ਵਿੱਚ ਰਹਿੰਦੀ, ਉਹਦੇ ਅੰਦਰ ਵੀ ਪਾਣੀ ਹੈ, ਉਹਦੇ ਬਾਹਰ ਵੀ ਚਾਰ ਚੁਫੇਰੇ ਪਾਣੀ ਹੈ, ਪਾਣੀ ਦੇ ਵਿੱਚ ਹੀ ਉਹਦਾ ਭੋਜਨ ਹੈ, ਪਾਣੀ ਦੇ ਵਿੱਚ ਹੀ ਉਹ ਮਲ ਮੂਤਰ ਕਰੇ। ਹੁਣ ਇਸੇ ਤਰ੍ਹਾਂ ਹੀ ਆਪਾਂ ਨਿਰੰਕਾਰ ਦੇ ਵਿੱਚ ਵਸਦੇ ਸਾਰੀ, ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ, ਆਪਾਂ ਵੀ ਉਹਦੇ ਵਿੱਚ ਹੀ ਹਰ ਸਮੇਂ ਚੱਲਦੇ ਫਿਰਦੇ। ਹੁਣ ਫਰਕ ਸਿਰਫ ਇਹ ਹੈ ਵੀ ਗੁਰਮੁਖਾਂ ਨੂੰ ਗਿਆਨ ਹੈ, ਗੁਰਮੁਖਾਂ ਨੂੰ ਭੇਤ ਹੈ, ਸੋਝੀ ਹੈ। ਜਿਹੜਾ ਮਨਮੁਖ ਹੈ ਉਹਨੂੰ ਭੇਤ ਨਹੀਂ, ਉਹਨੂੰ ਸੋਝੀ ਨਹੀਂ, ਉਹਨੂੰ ਗਿਆਨ ਨਹੀਂ। ਨਾ ਗਿਆਨ ਨਾ ਸੋਝੀ ਹੋਣ ਕਰਕੇ ਉਹ ਰੱਬ ਨੂੰ ਦੂਰ ਸਮਝਦਾ, ਸਮਝਦਾ ਵੀ ਪਤਾ ਨਹੀਂ ਰੱਬ ਕਿੱਥੇ ਕੁ ਵਸਦਾ, ਕਿੱਥੇ ਕੁ ਰਹਿੰਦਾ, ਕਿੰਨਾ ਕੁ ਰਹਿੰਦਾ ਜਾਂ ਕਿੱਥੇ ਰਹਿੰਦਾ। ਹੁਣ ਆਪਾਂ ਨੂੰ ਮਾਰੇ ਸਮਝਾਉਂਦੇ ਵੀ ਸਾਡੇ ਵਿੱਚ ਹੀ ਰਹਿੰਦਾ, ਅਸੀਂ ਵੀ ਉਹਦੇ ਵਿੱਚ ਹੀ। ਮਾਰੇ ਫਰਮਾਉਂਦੇ, ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਨ ਨਹੀਂ ਆਈ। ਵੀ ਸਾਡੇ ਵਿੱਚ ਹੀ ਵਸਦਾ ਅਤੇ ਨਿਰੰਤਰ ਵਸਦਾ। ਅਤੇ ਕਿਹੋ ਜਿਹਾ? ਕਹਿੰਦੇ ਦਰਪਨ ਵਰਗਾ, ਸ਼ੀਸ਼ੇ ਵਰਗਾ ਸ਼ੁੱਧ ਹੈ। ਹੌਲੀ ਜੋ ਆਪਾਂ ਧਰਤੀ ਤੋਂ ਅਸਮਾਨ ਤੱਕ ਖਾਲੀ ਖਿਲਾ ਦੇਖਦੇ ਹਾਂ, ਇਹਨੂੰ ਨਿਰਗੁਣ ਕਹਿੰਦੇ। ਇਹ ਨਿਰਗੁਣ ਹੈ ਅਤੇ ਇਹ ਜਿਹੜਾ ਸਰੀਰ ਇਹਨੂੰ ਸਰਗੁਣ ਰੂਪ ਕਹਿੰਦੇ। ਹੌਲੀ ਨਿਰਗੁਣ ਦੇ ਵਿੱਚ ਪੌਣ ਪਾਣੀ ਵਸੰਤਰ ਮਿਲਿਆ ਹੋਇਆ, ਕਿਉਂਕਿ ਇੱਥੋਂ ਆਪਾਂ ਨੂੰ ਸਵਾਸ ਦੇ ਰਹੇ ਨੇ। ਹੌਲੀ ਤੋਂ ਵੱਖਰਾ ਵੀ ਹੈ ਜਿਹੜਾ ਕਿ ਪ੍ਰਕਾਸ਼ ਹੀ ਪ੍ਰਕਾਸ਼। ਮਹਾਰਾਜ ਫਰਮਾਉਂਦੇ, ਈਗੇ ਸਰਗੁਣ ਉੱਗੇ ਨਿਰਗੁਣ, ਕੇਲ ਕਰਤ ਵਿੱਚ ਸੁਆਮੀ ਮੋਰਾ। ਵੀ ਆਹ ਸਰਗੁਣ ਰੂਪ ਹੈ, ਆਹ ਨਿਰਗੁਣ ਰੂਪ ਹੈ, ਅਤੇ ਇਹ ਤੋਂ ਵਿੱਚ ਵੀ ਹੈ ਜਿਹੜਾ ਵੱਖਰਾ ਵੀ, ਜਿੱਥੇ ਪੌਣ ਪਾਣੀ ਵਸੰਤਰ ਨਹੀਂ, ਜਿਹੜਾ ਪ੍ਰਕਾਸ਼ ਹੀ ਪ੍ਰਕਾਸ਼। ਜਿਸ ਨੂੰ ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ, ਨਾਨਕ ਆਪੇ ਹੀ ਫਿਰ ਜਾਪ। ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਮੇਰਾ ਆਪਣਾ ਖੇਲ ਹੈ, ਵੀ ਇਹ ਨਿਰਗੁਣ ਦੇ ਵਿੱਚੋਂ ਮੈਂ ਆਪਣਾ ਜਿਹੜਾ ਸਰਗੁਣ ਰੂਪ ਹੈ ਉਹ ਪ੍ਰਗਟ ਕੀਤਾ। ਮੈਂ ਆਪ ਹੀ ਇਹ ਖੇਲ ਦੇ ਵਿੱਚ ਖੇਲ ਰਿਹਾ, ਸਾਰਾ ਮੇਰਾ ਆਪਣਾ ਹੀ ਖੇਲ। ਜਿੰਨੇ ਵੀ ਘੜ ਸਰੀਰ ਨੇ ਸਾਰੇ ਮੇਰੇ ਹੀ ਨੇ, ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਹੋਏ। ਮਾਰੇ ਫਰਮਾਉਂਦੇ, ਸਭ ਘਟ ਮੇਰੇ ਹੋ ਸਭਨਾ ਅੰਦਰ। ਵੀ ਜਿੰਨੇ ਵੀ ਘੜ ਸਰੀਰ ਇਹ ਸਾਰੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ।
ਜਿਹਨੂੰ ਮੈਂ ਅੰਦਰ ਬੈਠਾ ਹੀ ਰਸਤਾ ਭੁਲਾ ਦਿਆਂ, ਉਹਨੂੰ ਕੋਈ ਜਣਾ ਨਹੀਂ ਸਕਦਾ, ਉਹਨੂੰ ਕੋਈ ਸਮਝਾਉਣ ਵਾਲਾ ਨਹੀਂ। ਜਿਹਨੂੰ ਮੈਂ ਅੰਦਰ ਬੈਠਾ ਆਪਣੇ ਆਪੇ ਦਾ ਭੇਤ ਦੇ ਦਾਂ, ਜਿਹਨੂੰ ਮੈਂ ਸਮਝਾ ਦਾਂ ਇਹ ਖੇਲ ਨੂੰ, ਉਹਨੂੰ ਵੀ ਨਹੀਂ ਕੋਈ ਭੁਲਾ ਸਕਦਾ। ਮਹਾਰਾਜ ਕਹਿੰਦੇ ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੇ, ਜਿਸੇ ਦਖਾਲਾਂ ਬਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭਲਾਈ ਪੰਧ ਸਿਰ ਤਿਸੇ ਜਣਾਵੇ ਕੌਣ। ਵੀ ਇਹ ਮੇਰਾ ਖੇਲ ਹੈ, ਜਿਹਨੂੰ ਤਾਂ ਮੈਂ ਅੰਦਰ ਬੈਠਾ ਹੀ ਭੁਲਾ ਦਿਆਂ ਮੁੜ ਤੋਂ ਹੀ, ਉਹਨੂੰ ਕੋਈ ਜਣਾਉਣ ਵਾਲਾ ਨਹੀਂ। ਆਪਾਂ ਲੱਖ ਕਹੀ ਜਾਈਏ ਕਿਸੇ ਵੀ ਸਿਮਰਨ ਕਰੋ, ਸੰਗਤ ਕਰੋ, ਜੇ ਉਹਨੇ ਅੰਦਰੋਂ ਘਮਾਇਆ ਹੋਇਆ ਨਾ, ਕਿਸੇ ਨੇ ਨਹੀਂ ਮੰਨਣੀ। ਆਪਾਂ ਕਹਾਂਗੇ ਵੀ ਸਿਮਰਨ ਕਰ ਲਓ, ਸੰਗਤ ਕਰ ਲਓ, ਮੰਨਦਾ ਹੀ ਨਹੀਂ ਜੀ। ਕਿਉਂਕਿ ਉਹ ਅੰਦਰੋਂ ਉਹਨੂੰ ਭੁਲਾਇਆ ਹੋਏ। ਜਿਹਨੂੰ ਮਹਾਰਾਜ ਕਹਿੰਦੇ ਵੀ ਮੈਂ ਜਣਾ ਦਿਆਂ ਅੰਦਰ ਬੈਠ, ਤੇ ਉਹ ਜੀਵ ਫਿਰ ਸਿਮਰਨ ਕਰਦੇ, ਉਹ ਭਗਤੀ ਕਰਦੇ, ਉਹ ਸੰਗਤ ਕਰਦੇ, ਕਿਉਂਕਿ ਉਹਨੇ ਜਣਾ ਦਿੱਤਾ। ਹੁਣ ਜਿਹਨੂੰ ਭੁਲਾਇਆ, ਮਹਾਰਾਜ ਕਹਿੰਦੇ ਵੀ ਭੁਲਾਇਆ ਮੈਂ ਇਸ ਕਰਕੇ ਬਈ ਮੈਂ ਦੇਖਣਾ ਚਾਹੁੰਦਾ ਵੀ ਮੇਰੇ ਬੱਚੇ ਦਾ ਮੇਰੇ ਨਾਲ ਕਿੰਨਾ ਕੁ ਪਿਆਰ ਸੀ, ਬਈ ਮੇਰੇ ਪਿਆਰ ਦੇ ਵਿੱਚ ਕਿੰਨਾ ਕੁ ਵੈਰਾਗੀ ਹੁੰਦਾ, ਕਿਵੇਂ ਮੈਨੂੰ ਲੱਭਦਾ, ਜਾਂ ਇਹਦਾ ਮਾਇਆ ਦੇ ਨਾਲ ਹੀ ਪਿਆਰ ਹੈ, ਖਿਡੌਣਿਆਂ ਦੇ ਨਾਲ ਵੀ, ਜਾਂ ਇਹ ਮਾਇਆ ਦੇ ਵਿੱਚ ਹੀ ਇੱਧਰ ਧਿਆਨ ਨਹੀਂ ਲੱਗ ਜਾਂਦਾ, ਮੈਨੂੰ ਭੁੱਲ ਹੀ ਜਾਂਦਾ। ਹੁਣ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰਾ ਜਿਹੜਾ ਖੇਲ ਸਤਿਗੁਰੂ ਕਹਿੰਦੇ ਮੇਰਾ ਆਪਣਾ ਹੈ, ਵੀ ਮੈਂ ਸਭਨਾਂ ਦੇ ਅੰਦਰ ਬੈਠਾ ਤੇ ਆਪਦਾ ਖੇਲ ਮੈਂ ਆਪ ਹੀ ਖੇਲ ਰਹੀ। ਜੇ ਕਿਸੇ ਦੇ ਵਿੱਚ ਗੁਣ ਨੇ, ਉਹ ਗੁਣ ਵੀ ਮਾਲਕ ਨਹੀਂ ਦਿੱਤੇ ਹੋਏ ਨੇ, ਜੇ ਕਿਸੇ ਦੇ ਵਿੱਚ ਔਗਣ ਨੇ, ਔਗਣ ਵੀ ਮਾਲਕ ਨਹੀਂ ਦਿੱਤੇ ਹੋਏ। ਹਾੜੇ ਗੁਣਾਂ ਤੇ ਔਗਣਾਂ ਦਾ ਫੈਸਲਾ ਕਰਨ ਵਾਲਾ ਉਹ ਪਰਮਾਤਮਾ ਆਪ ਹੈ, ਕੋਈ ਦੂਜਾ ਹੋਰ ਨਹੀਂ। ਆਪਾਂ ਕਿਸੇ ਦੇ ਔਗਣ ਦੇਖ ਕੇ ਉਹਦੇ ਔਗਣਾਂ ਦਾ ਫੈਸਲਾ ਨਹੀਂ ਕਰ ਸਕਦੇ, ਕਿਉਂਕਿ ਆਪਾਂ ਨੂੰ ਇਹ ਇਖਤਿਆਰ ਨਹੀਂ। ਆਪਾਂ ਕਿਸੇ ਦੇ ਮਾਲਕ, ਆਪਾਂ ਕਿਸੇ ਦੇ ਸਵਾਮੀ ਥੋੜ੍ਹੀ ਹਾਂ ਵੀ ਅਸੀਂ ਕਿਸੇ ਦੇ ਇਹ ਥੋੜ੍ਹੀ ਵੀ ਆਪਾਂ ਉਹਦੇ ਮਾਲਕ ਹਾਂ ਵੀ ਉਹਨੂੰ ਅਸੀਂ ਪੈਦਾ ਕੀਤਾ। ਸਭਨਾਂ ਦਾ ਦਾਤਾ ਉਹ ਇੱਕ ਮਾਲਕ ਆਪ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਤੇ ਉਹਨੂੰ ਹੀ ਇਖਤਿਆਰ ਜੋ ਫੈਸਲਾ ਸੁਣਾਉਂਦਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਕਿਸੇ ਦੇ ਔਗਣ ਨਹੀਂ ਦੇਖਣੇ। ਜੇ ਕਿਸੇ ਦੇ ਵਿੱਚ ਔਗਣ ਹੈਗੇ, ਉਹ ਵੀ ਮਾਲਕ ਨਹੀਂ ਦਿੱਤੇ ਨੇ, ਕਿਉਂ ਦਿੱਤੇ ਉਹ ਜਾਣਦਾ ਪਰਮਾਤਮਾ, ਉਹਨੂੰ ਪਤਾ ਹੈ ਵੀ ਕਾਹਤੋਂ। ਜੇ ਕਿਸੇ ਦੇ ਵਿੱਚ ਕੋਈ ਗੁਣ ਆਪਾਂ ਨੂੰ ਚੰਗਾ ਲੱਗਦਾ, ਉਹ ਗੁਣ ਆਪਾਂ ਦੇਖ ਲਓ, ਜਿਹੜੇ ਔਗਣ ਨੇ ਉਹ ਔਗਣਾਂ ਨੂੰ ਛੱਡੀ ਜਾਣ। ਮਹਾਰਾਜ ਤਾਈਆਂ ਫਰਮਾਉਂਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਅਸੀਂ ਜਿਹੜੀ ਸਾਂਝ ਉਹ ਗੁਣਾਂ ਦੀ ਪਾਉਣੀ, ਔਗਣਾਂ ਨੂੰ ਛੱਡਣਾ। ਔਗਣਾਂ ਦੀ ਸਾਂਝ ਨਹੀਂ ਪਾਉਣੀ, ਔਗਣ ਨਹੀਂ ਦੇਖਣਾ। ਜੇ ਹੁਣ ਅਸੀਂ ਗੁਣ ਦੇਖਾਂਗੇ ਤੇ ਉਹ ਗੁਣ ਸਾਡੇ ਵਿੱਚ ਆ ਜਾਣਗੇ, ਜੇ ਅਸੀਂ ਔਗਣ ਦੇਖਾਂਗੇ ਔਗਣ ਆਪਣੇ 'ਚ ਆ ਜਾਣਗੇ। ਕਿਉਂਕਿ ਜੋ ਚੀਜ਼ ਅਸੀਂ ਕਿਸੇ 'ਚ ਦੇਖਦੇ ਹਾਂ, ਜੋ ਅਸੀਂ ਦੇਖ ਕੇ ਉਹਦੀ ਸਾਂਝ ਪਾਉਂਦੇ ਹਾਂ, ਉਹ ਚੀਜ਼ ਸਾਡੇ ਵਿੱਚ ਆ ਜਾਂਦੀ। ਜਿਵੇਂ ਜੇ ਆਪਾਂ ਕਿਸੇ ਦੇ ਔਗਣ ਦੇਖ ਕੇ ਉਹ ਔਗਣਾਂ ਦੀ ਸਾਂਝ ਪਾਵਾਂਗੇ, ਔਗਣਾਂ ਨੂੰ ਫਰੋਲਾਂਗੇ, ਉਹ ਔਗਣ ਆਪਣੇ ਵਿੱਚ ਆ ਜਾਣਗੇ। ਸਾਨੂੰ ਪਤਾ ਵੀ ਨਹੀਂ ਲੱਗਣਾ ਵੀ ਉਹ ਔਗਣ ਸਾਡੇ 'ਚ ਕਦੋਂ ਆ ਗਏ। ਜੇ ਅਸੀਂ ਕਿਸੇ ਅੰਦਰ ਗੁਣ ਦੇਖਾਂਗੇ ਵੀ ਇਹਦੇ ਵਿੱਚ ਆ ਗੁਣ ਬਹੁਤ ਚੰਗਾ, ਉਹ ਗੁਣ ਨੂੰ ਜਦੋਂ ਅਸੀਂ ਵਿਚਾਰਾਂਗੇ, ਉਹ ਗੁਣ ਸਾਡੇ ਵਿੱਚ ਆ ਜਾਏਗਾ। ਸਹਿ ਸੁਭਾਈ ਆਪਣੇ ਅੰਦਰ ਉਹ ਆ ਜਾਏਗਾ ਗੁਣ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਗੁਣਾਂ ਵਾਲੀ ਦ੍ਰਿਸ਼ਟੀ ਬਣਾਉਣੀ, ਔਗਣਾਂ ਵਾਲੀ ਨਹੀਂ। ਜਿਹੜੇ ਗੁਰਮੁਖ ਨੇ ਉਹਨਾਂ ਦੀ ਦ੍ਰਿਸ਼ਟੀ ਗੁਣਾਂ ਵਾਲੀ ਹੋਣ ਕਰਕੇ ਉਹਨਾਂ ਨੂੰ ਸਭਨਾਂ ਦੇ ਵਿੱਚ ਫਿਰ ਗੁਣ ਹੀ ਨਜ਼ਰ ਆਉਂਦੇ, ਉਹ ਕਿਸੇ 'ਚ ਔਗਣ ਦੇਖਦੇ ਹੀ ਨਹੀਂ। ਜਿਹੜੇ ਜੀਵ ਦੀ ਦ੍ਰਿਸ਼ਟੀ ਔਗਣਾਂ ਵਾਲੀ ਹੈ, ਉਹ ਫਿਰ ਸਭ ਦੇ ਵਿੱਚ ਔਗਣ ਹੀ ਦੇਖਦਾ, ਉਹਨੂੰ ਕੋਈ ਚੰਗਾ ਲੱਗਦਾ ਹੀ ਨਹੀਂ।
ਜਿਹਦੇ ਅੰਦਰ ਆਪਦੇ ਦੁਵਧ ਆਪਦੇ ਵੈਰ ਵਿਰੋਧ, ਉਹਨੂੰ ਸਾਰੇ ਉਹੋ ਜਿਹੇ ਲੱਗਣੇ ਵੀ ਜਿਉਂ ਜਿੱਦਾਂ ਦਾ ਮੈਂ ਹਾਂ ਉੱਦਾਂ ਦੇ ਹੀ ਸਾਰੇ ਨੇ। ਜਿਵੇਂ ਜਿਹੜਾ ਜੀਵ ਰੋਗੀ ਹੈ, ਇਹਨਾਂ ਨੂੰ ਰੋਗ ਕਹਿੰਦੇ, ਵੈਰ ਵਿਰੋਧ ਈਰਖਾ ਨਫ਼ਰਤ ਨੂੰ ਇਹ ਰੋਗ ਨੇ। ਜਿਹੜਾ ਜੀਵ ਰੋਗੀ ਹੈ, ਰੋਗੀ ਦੇ ਭਾਣੇ ਸਾਰੇ ਹੀ ਰੋਗੀ ਨੇ। ਮਹਾਰਾਜ ਕਹਿੰਦੇ ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਮਨ ਆਪ ਸੁਖੀ ਹੈ, ਸੁਖੀ ਉਹ ਹੈ ਜਿਹੜਾ ਭਗਤੀ ਕਰਦਾ, ਜਿਹੜਾ ਸਿਮਰਨ ਕਰਦਾ। ਮਹਾਰਾਜ ਤਾਈਓ ਫਰਮਾਉਂਦੇ ਨਾ, ਕਬੀਰ ਹਰਿ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਵੀ ਇਹ ਸੰਸਾਰ 'ਚ ਸੁਖੀ ਕੌਣ ਨੇ? ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ। ਜਿਹੜੇ ਸਿਮਰਨ ਕਰਦੇ ਉਹ ਸੁਖੀ ਨੇ, ਅਤੇ ਉਹਨਾਂ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਕਿਉਂਕਿ ਉਹ ਆਪ ਸੁਖੀ ਨੇ। ਸੁਖੀ ਹੈ ਕਿ ਪੇਖੇ ਸਭ ਸੁਖੀ ਹੈ, ਕਿਉਂਕਿ ਉਹਨਾਂ ਦੇ ਆਪਦੇ ਮਨ ਦੀ ਅਵਸਥਾ, ਉਹ ਆਪ ਮਨ ਉਹਨਾਂ ਦਾ ਸੁਖੀ ਹੈ ਅਤੇ ਉਹਨਾਂ ਨੂੰ ਸੁਖੀ ਹੀ ਪ੍ਰਤੀਤ ਹੁੰਦਾ ਅੱਗੇ। ਜਿਹੜਾ ਮਨ ਰੋਗੀ, ਉਹਨੂੰ ਰੋਗੀ ਨਜ਼ਰ ਆਉਂਦੇ। ਜਿਹੜੇ ਮਨ ਦਾ ਆਪਦਾ ਭਰਮ ਖਤਮ ਹੋ ਗਿਆ, ਜਿਨ੍ਹਾਂ ਨੇ ਬ੍ਰਹਮ ਦੀ ਪਹਿਚਾਣ ਕਰ ਲਈ, ਉਹਨਾਂ ਦੇ ਭਾਣੇ ਕੋਈ ਭੁੱਲਿਆ ਹੀ ਨਹੀਂ, ਕਿਉਂਕਿ ਉਹ ਆਪ ਜਾਣਦੇ ਬ੍ਰਹਮ ਨੂੰ। ਉਹ ਆਪ ਜਾਣਦੇ, ਉਹਨਾਂ ਨੂੰ ਲੱਗਦਾ ਵੀ ਸਾਰੇ ਜਾਣਦੇ, ਕੋਈ ਭੁੱਲਿਆ ਹੀ ਨਹੀਂ ਹੋਏ। ਮਹਾਰਾਜ ਫਰਮਾਉਂਦੇ, ਮੇਰੇ ਮਨ ਜਨ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੁੱਲਾ, ਜਨ ਸਗਲੋ ਬ੍ਰਹਮ ਪਛਤ। ਵੀ ਉਹਦੇ ਭਾਣੇ ਗੁਰਮੁਖਾਂ ਦੇ ਕੋਈ ਭੁੱਲਿਆ ਹੀ ਨਹੀਂ। ਉਹਨਾਂ ਨੂੰ ਲੱਗਦਾ ਵੀ ਸਾਰੇ ਹੀ ਜਾਣਦੇ, ਵੀ ਰੱਬ ਨੂੰ ਕਿਹੜਾ ਰੱਬ ਦੂਰ ਹੈ, ਪਰਮਾਤਮਾ। ਵੀ ਅਸੀਂ ਉਹਦੇ ਵਿੱਚ ਹੀ ਤਾਂ ਚੱਲਦੇ ਫਿਰਦੇ ਹਾਂ, ਉਹ ਸਾਡੇ ਵਿੱਚ ਹੈ, ਅਸੀਂ ਉਹਦੇ ਵਿੱਚ, ਕਿਹੜਾ ਅਸੀਂ ਦੂਰ ਹਾਂ ਉੱਥੋਂ। ਹੁਣ ਇਹ ਉਹਨਾਂ ਦੇ ਮਨ ਦੀ ਅਵਸਥਾ ਵੀ ਉਹਨਾਂ ਨੂੰ ਲੱਗਦਾ ਬਈ ਕੋਈ ਭੁੱਲਿਆ ਹੀ ਨਹੀਂ, ਵੀ ਸਾਰੇ ਹੀ ਜਾਣਦੇ ਨੇ, ਕਿਉਂਕਿ ਉਹ ਆਪ ਜਾਣਦੇ। ਤਾਂ ਮਹਾਰਾਜ ਕਹਿੰਦੇ ਵੀ ਸਾਰੀ ਅਵਸਥਾ ਇਹ ਸਾਡੇ ਮਨ ਦੀ ਹੈ। ਜਿੱਦਾਂ ਦਾ ਸਾਡਾ ਮਨ ਹੁੰਦਾ, ਸਾਨੂੰ ਉੱਦਾਂ ਦਾ ਅੱਗੇ ਨਜ਼ਰ ਆਉਂਦਾ। ਇਹ ਮਨ ਨੂੰ ਆਰਸ਼ੀ ਕਹਿੰਦੇ, ਸ਼ੀਸ਼ਾ। ਜਿਵੇਂ ਆਪਾਂ ਸ਼ੀਸ਼ੇ ਦੇ ਮੂਹਰੇ ਹੁੰਦੇ ਹਾਂ, ਜਿੱਦਾਂ ਦੀ ਆਪਣੀ ਸ਼ਕਲ ਹੈ, ਸੂਰਤ ਹੈ, ਉੱਦਾਂ ਦੀ ਸ਼ੀਸ਼ਾ ਦਿਖਾਉਂਦਾ। ਜੇ ਆਪਾਂ ਖੁਸ਼ ਹੋ ਕੇ ਦੇਖਾਂਗੇ, ਉਹ ਹੱਸਦਿਆਂ ਦੀ ਦਿਖਾ ਦੇਗਾ। ਜੇ ਆਪਾਂ ਸ਼ਕਲ ਵਿਗਾੜ ਕੇ ਗੁੱਸੇ ਨਾਲ ਦੇਖਾਂਗੇ, ਉੱਦਾਂ ਦੀ ਦਿਖਾ ਦੇਗਾ। ਹੁਣ ਇਸੇ ਤਰ੍ਹਾਂ ਹੀ ਜੋ ਸਾਡੇ ਮਨ ਦੀ ਹਾਲਤ ਹੈ, ਅਵਸਥਾ, ਉਹ ਸਾਨੂੰ ਫਿਰ ਅੱਗੇ ਦੂਸਰਿਆਂ ਦੇ ਵਿੱਚ ਨਜ਼ਰ ਆਉਂਦਾ। ਮਹਾਰਾਜ ਫਰਮਾਉਂਦੇ, ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਵੀ ਜੋ ਸਾਡੀ ਹਾਲਤ ਸਾਡੇ ਮਨ ਦੀ, ਉਹੀ ਸਾਨੂੰ ਅੱਗੇ ਦਿਸਣਾ। ਜੇ ਸਾਨੂੰ ਕੋਈ ਬੁਰਾ ਲੱਗਦਾ, ਸਾਨੂੰ ਮਾੜਾ ਲੱਗਦਾ, ਅਸਲ 'ਚ ਬੁਰਾ ਉਹ ਨਹੀਂ, ਬੁਰਾਈ ਸਾਡੇ ਅੰਦਰ ਹੈ, ਸਾਡਾ ਮਨ ਮੈਲਾ ਹੈ, ਤਾਂ ਸਾਨੂੰ ਉਹ ਸਾਫ਼ ਨਹੀਂ ਨਜ਼ਰ ਦਿਸਦਾ। ਇਸ ਵਾਸਤੇ ਜੇ ਸਾਡਾ ਮਨ ਨਿਰਮਲ ਹੋ ਜਾਏਗਾ, ਜੇ ਸਾਡਾ ਮਨ ਸ਼ੁੱਧ ਹੋ ਜਾਏਗਾ, ਸਾਨੂੰ ਸਾਰੇ ਮਾਲਕ ਦਾ ਰੂਪ ਹੀ ਨਜ਼ਰ ਆਉਣਗੇ, ਸਾਨੂੰ ਹੋਰ ਕੋਈ ਦੂਜਾ ਦਿਸਣਾ ਹੀ ਨਹੀਂ। ਤਾਈਓ ਆਪਾਂ ਨੂੰ ਫਿਰ ਸਤਿਗੁਰਾਂ ਨੇ ਸਮਝਾਇਆ ਵੀ ਜਿਵੇਂ ਐਸੇ ਗੁਰਮੁਖ ਗੁਰਸਿੱਖ, ਜਿਵੇਂ ਭਾਈ ਘਨੱਈਆ ਜੀ, ਉਹਨਾਂ ਦਾ ਮਨ ਕਿੰਨਾ ਨਿਰਮਲ ਹੋਏਗਾ ਵੀ ਉੱਧਰੋਂ ਤਾਂ ਯੁੱਧ ਚੱਲ ਰਿਹਾ, ਉਹ ਸਾਰਿਆਂ ਨੂੰ ਜਲ ਛਕਾਈ ਜਾਂਦੇ, ਉਹਨਾਂ ਨੂੰ ਕੋਈ ਦੂਜਾ ਦਿਸਦਾ ਹੀ ਨਹੀਂ। ਉਹਨਾਂ ਨੂੰ ਸਭ ਦੇ ਵਿੱਚ ਉਹ ਇੱਕੋ ਹੀ ਜੋਤ ਨਜ਼ਰ ਆਉਂਦੀ, ਮਾਲਕ ਦੀ ਪ੍ਰਕਾਸ਼। ਤਾਂ ਕਰਕੇ ਉਹਨਾਂ ਨੂੰ ਕੋਈ ਨਹੀਂ ਵੈਰੀ ਲੱਗਦਾ, ਉਹਨਾਂ ਨੂੰ ਕੋਈ ਦੁਸ਼ਮਣ ਨਹੀਂ ਲੱਗਦਾ। ਉਹ ਸਾਰਿਆਂ ਨੂੰ ਜਲ, ਜਿਹੜਾ ਵੀ ਉਹਨੂੰ ਜਲ ਛਕਾਈ ਜਾਂਦੀ। ਔਰ ਇਹ ਇੱਕ ਅਵਸਥਾ ਮਨ ਦੀ, ਇਹ ਨਹੀਂ ਵੀ ਜੇ ਆਪਾਂ ਆਖੀਏ ਵੀ ਅਸੀਂ ਉੱਦਾਂ ਛਬੀਲ ਲਾ ਕੇ ਵੀ ਸਾਰਿਆਂ ਨੂੰ ਜਲ ਛਕਾ ਦਈਏ ਅਤੇ ਵੀ ਸਾਡੀ ਉਹ ਅਵਸਥਾ ਬਣ ਜਾਣੀ। ਅਸੀਂ ਤਾਂ ਨਿੱਕੀ ਨਿੱਕੀ ਗੱਲ ਤੋਂ ਲੜ ਪਾਂਗੇ, ਜੇ ਕਿਸੇ ਨੇ ਮਾੜਾ ਜਿਹਾ ਕੁਛ ਕਹਿ ਦਿੱਤਾ ਅਤੇ ਗੁੱਸਾ ਚੜ੍ਹ ਜਾਣ ਵੀ ਇਹਨੂੰ ਨਹੀਂ ਪਿਆਉਣਾ, ਇਹਨੂੰ ਪਿਆਉਣਾ ਜੀ। ਉਹਨਾਂ ਦੇ ਮਨ ਦੀ ਅਵਸਥਾ ਬਣੀ ਕਿਵੇਂ? ਉਹਨਾਂ ਨੇ ਗੁਰੂ ਦਾ ਬਚਨ ਮੰਨਿਆ, ਉਹਨਾਂ ਨੇ ਸਿਮਰਨ ਕੀਤਾ, ਭਗਤੀ ਕੀਤੀ। ਇਕੱਲਾ ਗੱਲਾਂ ਦੇ ਨਾਲ ਹੀ ਨਹੀਂ ਇਹ ਅਵਸਥਾ ਬਣਦੀ। ਵੀ ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ, ਕਮਾਵਾਂਗੇ, ਅਭਿਆਸ ਕਰਾਂਗੇ, ਫਿਰ ਸਾਡੇ ਮਨ ਦੀ ਉਹ ਅਵਸਥਾ ਬਣਨੀ, ਸਾਡੇ ਮਨ ਨੇ ਨਿਰਮਲ ਹੋਣਾ। ਫਿਰ ਇਹਨੂੰ ਸਭ ਦੇ ਵਿੱਚ ਮਾਲਕ ਦਾ ਰੂਪ ਨਜ਼ਰ ਆਉਣਾ, ਫਿਰ ਇਹਨੂੰ ਉਹ ਜੋਤ ਦਿਸਣੀ।
ਜਿਹਨੂੰ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ, ਗੁਰਸਾਖੀ ਜੋਤ ਪ੍ਰਗਟ ਹੋਈ। ਵੀ ਜੋਤ ਤਾਂ ਸਭ ਦੇ ਵਿੱਚ ਹੀ, ਜਿੰਨੀ ਵੀ 84 ਲੱਖ ਜੂਨ ਨੇ, ਚਾਰਾਂ ਖਾਣੀਆਂ ਤੋਂ ਸਾਰੇ ਜੀਵ ਪੈਦਾ ਹੋਏ, ਕੁਝ ਆਂਡਿਆਂ ਤੋਂ, ਕੁਝ ਜੇਰ ਤੋਂ, ਕੁਝ ਸੇਤਜ ਪਸੀਨੇ ਤੋਂ, ਕੁਝ ਆ ਮਿੱਟੀ ਤੋਂ। ਹੁਣ ਸਾਰਿਆਂ ਦੇ ਵਿੱਚ ਮਾਲਕ ਦੀ ਜੋਤ। ਮਹਾਰਾਜ ਕਹਿੰਦੇ ਅੰਡਜ ਜੇਰਜ ਸੇਤਜ ਉਤਪਜ ਸਭ ਤੇਰੇ ਕੀਤੇ ਜਨਤਾ। ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤ। ਵੀ ਮੈਂ ਐਸਾ ਦੇਖਿਆ ਵੀ ਤੂੰ ਸਭਨਾਂ ਦੇ ਵਿੱਚ ਹੀ ਰਮਿਆ ਹੋਇਆ, ਸਾਰਿਆਂ ਦੇ ਵਿੱਚ ਹੀ ਤੇਰੀ ਜੋਤ। ਔਰ ਸਭਨਾਂ ਦੇ ਵਿੱਚ ਜੋਤ ਸਾਨੂੰ ਤਾਂ ਨਜ਼ਰ ਆਊ ਜੇ ਸਾਨੂੰ ਆਪਦੇ ਅੰਦਰ ਨਜ਼ਰ ਆਊ। ਜੇ ਸਾਨੂੰ ਆਪਦੇ ਅੰਦਰ ਦਿਸੂ, ਜੋ ਸਾਡੇ ਮਨ ਦੀ ਹਾਲਤ ਹੈ ਉਹ ਜੋ ਸਾਨੂੰ ਅੱਗੇ ਦਿਸਣਾ। ਜੇ ਹੁਣ ਸਾਨੂੰ ਸਾਡੇ ਅੰਦਰ ਹੀ ਨਹੀਂ ਪਰਮਾਤਮਾ ਨਜ਼ਰ ਆਉਂਦਾ, ਸਾਨੂੰ ਸਾਡੇ ਅੰਦਰ ਹੀ ਨਹੀਂ ਉਹ ਜੋਤ ਨਜ਼ਰ ਆਉਂਦੀ, ਫਿਰ ਸਾਨੂੰ ਦੂਸਰਿਆਂ 'ਚੋਂ ਜੋਤ ਕਿੱਥੋਂ ਨਜ਼ਰ ਆ ਜੂ? ਫਿਰ ਅਸੀਂ ਕਿੱਥੇ ਦੂਸਰਿਆਂ ਨੂੰ ਪਰਮਾਤਮਾ ਦਾ ਰੂਪ ਸਮਝ ਲਾਂਗੇ? ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਹੋਣਾ ਜੇ ਤੁਸੀਂ ਆਪ ਅਭਿਆਸ ਕਰੋਗੇ। ਜੇ ਅਸੀਂ ਆਪ ਉਹ ਅਵਸਥਾ ਤੱਕ ਪਹੁੰਚਾਂਗੇ, ਜੇ ਅਸੀਂ ਆਪਦੇ ਅੰਦਰ ਉਹ ਜੋਤ ਨੂੰ ਦੇਖਾਂਗੇ, ਜਿਨ੍ਹਾਂ ਨੇ ਦੇਖੀ ਉਹਨਾਂ ਨੇ ਫਿਰ ਸਾਰਿਆਂ 'ਚ ਹੀ ਦੇਖ ਲਈ ਵੀ ਜਿਹੜੀ ਜੋਤ ਸਾਡੇ ਅੰਦਰ ਜਗਦੀ ਹੋਈ ਉਹ ਸਭਨਾਂ ਦੇ ਵਿੱਚ ਜਗ ਰਹੀ। ਹੁਣ ਭਾਈ ਘਨੱਈਆ ਜੇ ਅੰਦਰ ਉਹ ਜੋਤ ਜਗ ਰਹੀ ਸੀ ਅਤੇ ਉਹਨਾਂ ਨੂੰ ਸਭ ਦੇ ਵਿੱਚ ਹੀ ਉਹ ਜੋਤ ਨਜ਼ਰ ਆਉਂਦੀ ਜਗਦੀ। ਉਹ ਤਾਂਹੀਓ ਸਭ ਨੂੰ ਜਲ ਛਕਾਉਂਦੇ ਨਾ, ਕਿਉਂਕਿ ਉਹਨਾਂ ਨੂੰ ਸਾਰੇ ਮਾਲਕ ਦਾ ਰੂਪ ਹੀ ਨਜ਼ਰ ਆਉਂਦਾ ਸੀ। ਫਿਰ ਵਿੱਚੋਂ ਹੀ ਗੁਰਸਿੱਖਾਂ ਨੇ ਸ਼ਿਕਾਇਤ ਕੀਤੀ ਵੀ ਅਸੀਂ ਯੁੱਧ ਕਰਦੇ, ਕਿਉਂਕਿ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ। ਵੀ ਅਸੀਂ ਯੁੱਧ ਕਰਦੇ ਹਾਂ ਅਤੇ ਇਹਨੂੰ ਜ਼ਖਮੀਆਂ ਨੂੰ ਹੀ, ਉਹਨਾਂ ਨੂੰ ਹੀ ਜਲ ਛਕਾਈ ਜਾਂਦੇ। ਭਾਈ ਘਨੱਈਆ ਜੀ ਜਦੋਂ ਦਰਬਾਰ ਲੱਗਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੁਲਾਏ ਅਤੇ ਪੁੱਛਿਆ, ਅਤੇ ਫਿਰ ਉਹਨਾਂ ਨੇ ਦੱਸਿਆ ਵੀ ਮੈਨੂੰ ਤਾਂ ਸਾਰਿਆਂ ਦੇ ਵਿੱਚ ਉਹੀਓ ਜੋਤ ਨਜ਼ਰ ਆਉਂਦੀ, ਪਰਮਾਤਮਾ ਦੀ। ਇਹ ਸਰੀਰ ਨਹੀਂ ਦਿਸਦਾ ਵੀ ਅਸੀਂ ਤਾਂ ਸਿਰਫ ਇਹ ਬਾਹਰੀ ਚਮੜਾ ਦੇਖਦੇ ਹਾਂ ਨਾ, ਵੀ ਇਹ ਚਮੜਾ ਦੇਖ ਕੇ ਅਸੀਂ ਕਹਿੰਦੇ ਹਾਂ ਵੀ ਆਹ ਸਿੱਖ ਹੈ, ਆਹ ਹਿੰਦੂ ਹੈ, ਆਹ ਜੈਨੀ ਹੈ, ਆਹ ਬੋਧੀ ਹੈ ਜੀ। ਔਰ ਉਹਨਾਂ ਨੂੰ ਬਾਹਰੋਂ ਇਹ ਚਮੜਾ ਨਹੀਂ ਦਿਸਦਾ, ਉਹਨਾਂ ਨੂੰ ਅੰਦਰੋਂ ਜੋਤ ਦਿਸਦੀ। ਉਹ ਮੈਨੂੰ ਤਾਂ ਸਾਰਿਆਂ ਦੇ ਵਿੱਚ ਉਹਦੀ ਜੋਤ ਹੀ ਨਜ਼ਰ ਆਉਂਦੀ। ਫਿਰ ਮਹਾਰਾਜ ਕਿੰਨੇ ਖੁਸ਼ ਹੋਏ, ਕਿਉਂਕਿ ਸਤਿਗੁਰੂ ਆਪਣੇ ਸਿੱਖ ਨੂੰ ਬਣਾਉਣਾ ਹੀ ਐਸਾ ਚਾਹੁੰਦਾ। ਫਿਰ ਉਹਨਾਂ ਨੇ ਮਲਮ ਵੀ ਦਿੱਤੀ, ਪੱਟੀ ਵੀ ਦਿੱਤੀ ਵੀ ਇਹਨਾਂ ਦੇ ਮਨ ਦੀ ਇਹ ਅਵਸਥਾ ਵੀ ਤੁਸੀਂ ਉਹਨਾਂ ਦੇ ਮਲਮ ਪੱਟੀ ਵੀ ਕਰ ਦਿਆ ਕਰੋ। ਹੁਣ ਆਪਾਂ ਨੂੰ ਇਸੇ ਤਰ੍ਹਾਂ ਹੀ ਸਤਿਗੁਰੂ ਇੱਕ ਸਿੱਖ ਨੂੰ ਬਣਾਉਣਾ ਚਾਹੁੰਦੇ ਵੀ ਜਿਹੜਾ ਮੇਰਾ ਗੁਰਸਿੱਖ ਵੀ ਉਹਨੂੰ ਸਭਨਾਂ ਦੇ ਵਿੱਚ ਉਹ ਜੋਤ ਨਜ਼ਰ ਆਵੇ ਮਾਲਕ ਦੀ। ਉਹ ਤਾਂ ਹੀ ਹੋ ਸਕੇਗਾ ਜੇ ਹੁਣ ਅਸੀਂ ਗੁਰੂ ਦਾ ਬਚਨ ਮੰਨਾਂਗੇ, ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਾਂਗੇ, ਮਾਰਗ 'ਤੇ ਚੱਲਾਂਗੇ, ਜਿਹੜੇ ਚੱਲੇ ਉਹਨਾਂ ਦੀ ਅਵਸਥਾ ਬਣ। ਸੋ ਇਸੇ ਤਰ੍ਹਾਂ ਹੀ ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਚੱਲੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਸਾਨੂੰ ਗੁਰੂ ਕਹਿ ਰਹੇ, ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ, ਇਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਾਂਗੇ, ਅਤੇ ਸਾਡੇ ਮਨ ਦੀ ਵੀ ਇਹ ਅਵਸਥਾ ਬਣ ਜਾਏਗੀ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਚੱਲੋ, ਅਤੇ ਚੱਲਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਗੁਰਬਾਣੀ ਨੂੰ ਪੜ੍ਹਨਾ ਇੱਕ ਵੱਖਰੀ ਗੱਲ, ਜਿਵੇਂ ਹੁਣ ਪੜ੍ਹ ਤਾਂ ਆਪਾਂ ਲਿਆ, ਪਰ ਮਹਾਰਾਜ ਕਹਿੰਦੇ ਵੀ ਪੜ੍ਹ ਕੇ ਅੱਗੇ ਨਾ ਟੱਪੋ, ਬਚਨ ਨੂੰ ਮੰਨੋ, ਕਮਾਵੋ। ਜਿਵੇਂ ਹੁਣ ਆਪਾਂ ਗੁਰੂ ਘਰ ਆਉਂਦੇ, ਸੰਗਤ 'ਚ ਆਉਂਦੇ ਹਾਂ, ਜੀਵ ਗੁਰੂ ਘਰ ਜਦੋਂ ਆਉਂਦਾ ਉਹ ਆ ਕੇ ਇੱਥੇ ਮੰਗਦਾ ਵੀ ਮਹਾਰਾਜ ਸੁੱਖ ਦੇ, ਵੀ ਤਾਂ ਕਿ ਸਾਨੂੰ ਸੁੱਖ ਮਿਲੇ, ਸਾਡੇ ਪਰਿਵਾਰਾਂ ਦੇ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ ਅਤੇ ਫਿਰ ਤੁਸੀਂ ਸਿਮਰਨ ਕਰੋ। ਹੁਣ ਜੇ ਤਾਂ ਅਸੀਂ ਗੁਰੂ ਦਾ ਬਚਨ ਮੰਨਾਂਗੇ,
ਵੀ ਸੁਖੀ ਹੋਣ ਵਾਸਤੇ, ਕਲਾ ਕਲੇਸ਼ ਮਿਟਾਉਣ ਵਾਸਤੇ ਵੀ ਤੁਸੀਂ ਸਿਮਰਨ ਕਰੋ। ਤੁਸੀਂ ਜਦੋਂ ਸਿਮਰਨ ਕਰੋਗੇ ਤੁਹਾਡਾ ਕਲਾ ਕਲੇਸ਼ ਮਿਟ ਜਾਏਗਾ ਅਤੇ ਤੁਸੀਂ ਸੁਖੀ ਹੋ ਜਾਓਗੇ। ਮਹਾਰਾਜ ਫਰਮਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਹੁਣ ਜੇ ਤਾਂ ਅਸੀਂ ਸਿਮਰਨ ਕਰਨਾ ਸ਼ੁਰੂ ਕਰਤਾ ਸਾਡਾ ਕਲਾ ਕਲੇਸ਼ ਮਿਟ ਜਾਏਗਾ। ਜੇ ਅਸੀਂ ਸਿਮਰਨ ਕਰਦੇ ਨਹੀਂ, ਸਿਰਫ ਪੜ੍ਹੀ ਜਾਂਦੇ ਬਈ ਪੜ੍ਹ ਲਿਆ ਅਤੇ ਪੜ੍ਹ ਕੇ ਅੱਗੇ ਟੱਪ ਕੇ ਸਿਮਰਨ ਕੀਤਾ ਨਹੀਂ, ਫਿਰ ਸਾਡਾ ਕਲਾ ਕਲੇਸ਼ ਨਹੀਂ ਮਿਟਣਾ। ਫਿਰ ਸਾਨੂੰ ਜਿਹੜੇ ਲਾਭ ਹੋਣੇ ਸੀ ਸਿਮਰਨ ਕਰਕੇ, ਸਾਨੂੰ ਉਹ ਲਾਭ ਨਹੀਂ ਮਿਲਣੇ। ਮਹਾਰਾਜ ਫਿਰ ਸਾਨੂੰ ਉਹ ਪਹਿਲੀ ਅਸ਼ਟਪਦੀ ਜੀ ਜਿਨ੍ਹਾਂ ਨੇ ਸਿਮਰਨ ਕੀਤਾ, ਫਿਰ ਉਹ ਸਿਮਰਨ ਕਰਨ ਦਾ ਸਾਨੂੰ ਕੀ ਕੀ ਲਾਹਾ ਮਿਲਣਾ, ਕੀ ਕੀ ਸਾਨੂੰ ਲਾਭ ਮਿਲਣਾ, ਫਿਰ ਉਹ ਸਾਰਾ ਸਾਨੂੰ ਦੱਸੀ ਜਾਂਦੇ ਮਹਾਰਾਜ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਸਾਡੇ ਅੰਦਰ ਜੋ ਅਨਹਦ ਬਾਣੀ ਜਿਹੜੀ ਗੁਪਤ ਹੈ ਉਹ ਪ੍ਰਗਟ ਹੋ ਜਾਣੀ। ਸਾਡੇ ਅੰਦਰ ਅਨਹਦ ਧੁਨਕਾਰਾਂ ਪੈਣੀਆਂ ਸ਼ੁਰੂ ਹੋ ਜਾਣੀ। ਪ੍ਰਭ ਕੇ ਸਿਮਰਨ ਅਨਹਦ ਧੁਨਕਾਰ। ਜਦੋਂ ਅਸੀਂ ਸਿਮਰਨ ਕਰਾਂਗੇ ਅਸੀਂ ਗਰਭ 'ਚ ਨਹੀਂ ਜਾਵਾਂਗੇ। ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨੱਸੇ। ਸਾਡੇ ਦੁੱਖਾਂ ਨੇ ਵੀ ਖਤਮ ਹੋ ਜਾਣਾ, ਜਮਾਂ ਨੇ ਵੀ ਸਾਡੇ ਨੇੜੇ ਨਹੀਂ ਆਉਣਾ। ਉਹ ਫਿਰ ਆਪਾਂ ਨੂੰ ਸਾਰਾ ਸਿਮਰਨ ਦਾ ਹੀ ਲਾਭ ਦੱਸੀ ਜਾਂਦੇ ਵੀ ਜਦੋਂ ਅਸੀਂ ਕਰਾਂਗੇ। ਜੇ ਹੁਣ ਜੀਵ ਕਰਦਾ ਨਹੀਂ, ਪਹਿਲਾਂ ਤਾਂ ਉਹਦਾ ਕਲਾ ਕਲੇਸ਼ ਹੀ ਨਹੀਂ ਮਿਟਦਾ, ਦੁੱਖ ਹੀ ਨਹੀਂ ਉਹਦੇ ਖਤਮ ਹੁੰਦੇ, ਅਤੇ ਅੱਗੇ ਫਿਰ ਲਾਭ ਤਾਂ ਬਾਅਦ ਦੀ ਗੱਲ ਆ ਵੀ ਜਿਹੜੀਆਂ ਅਨਹਦ ਧਨਕਾਰਾਂ ਪੈਣੀਆਂ ਉਹ ਤਾਂ ਫੇਰ ਹੀ ਪੈਣਗੀਆਂ ਨਾ ਜੇ ਸਿਮਰਨ ਕਰਾਂਗੇ। ਫੇਰ ਹੀ ਗਰਭ ਖਤਮ ਹੋਣਾ, ਫੇਰ ਹੀ ਦੁੱਖ ਖਤਮ ਹੋਣੇ, ਫੇਰ ਹੀ ਅਸੀਂ ਜਮਾਂ ਦੇ ਵੱਸ ਨਹੀਂ ਪੈਣਾ ਜੇ ਕਰਾਂਗੇ। ਤਾਂ ਜੇ ਹੁਣ ਕਰਦੇ ਹੀ ਨਹੀਂ ਤਾਂਹੀਓ ਫਿਰ ਜੀਵ ਦੇ ਜਿਹੜੇ ਦੁੱਖ ਨੇ ਉਹ ਦੁੱਖ ਨਹੀਂ ਖਤਮ ਹੁੰਦੇ। ਮਨ ਹੈ ਜਿਹੜਾ ਉਹ ਸ਼ਾਂਤ ਰਹਿੰਦਾ, ਦੁਖੀ ਰਹਿੰਦਾ, ਕਲੇਸ਼ਾਂ ਦੇ ਵਿੱਚ ਰਹਿੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਜੋ ਸਾਨੂੰ ਕਹਿ ਰਹੇ ਵੀ ਤੁਸੀਂ ਉਹ ਕਰੋ। ਪੁਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਵੀ ਜਦੋਂ ਜੀਵ ਗੁਰੂ ਪਾਸ ਜਾਂਦੇ, ਗੁਰੂ ਜੋ ਵਚਨ ਕਰਦਾ ਉਹ ਗੁਰੂ ਦੇ ਵਚਨ ਨੂੰ ਮੰਨਦੇ, ਜੋ ਸ਼ਬਦ ਦਿੰਦੇ ਉਹ ਸ਼ਬਦ ਦੀ ਕਮਾਈ ਕਰਦੇ, ਦਿਨ ਰਾਤ ਇੱਕ ਕਰ ਦਿੰਦੇ। ਫਿਰ ਉਹ ਜਦੋਂ ਕਮਾਈ ਕਰਦੇ ਫਿਰ ਉਹਨਾਂ ਨੂੰ ਲਾਭ ਮਿਲਦਾ, ਫਿਰ ਉਹਨਾਂ ਨੂੰ ਲਾਹਾ ਮਿਲਦਾ। ਹੁਣ ਕੀ ਹੈ ਵੀ ਹੁਣ ਅਸੀਂ ਗੁਰੂ ਦੀ ਸ਼ਰਨ 'ਚ ਤਾਂ ਆ ਜਾਂਦੇ ਵੀ ਚਲੋ ਜੀ ਅਸੀਂ ਗੁਰੂ ਘਰ ਚੱਲੇ ਹਾਂ, ਗੁਰਦੁਆਰੇ ਚੱਲੇ ਹਾਂ, ਪਰ ਜੋ ਸਾਨੂੰ ਗੁਰੂ ਇੱਥੇ ਹੁਕਮ ਕਰਦਾ ਅਸੀਂ ਉਹ ਹੁਕਮ ਤਾਂ ਮੰਨਦੇ ਹੀ ਨਹੀਂ, ਕਹਿਣਾ ਤਾਂ ਮੰਨਦੇ ਨਹੀਂ। ਜਦੋਂ ਅਸੀਂ ਕਹਿਣਾ ਨਹੀਂ ਮੰਨਾਂਗੇ ਤਾਂ ਸਾਡੇ ਅੰਦਰ ਕੋਈ ਬਦਲਾਅ ਨਹੀਂ ਆਉਣਾ। ਜਿਵੇਂ ਹੁਣ ਆਪਣਾ ਘਰ ਦੇ ਵਿੱਚ ਕੋਈ ਸਿਆਣੇ ਬਜ਼ੁਰਗ ਹੋਣ, ਮਾਂ ਪਿਓ ਹੋਣ, ਵੀ ਅਸੀਂ ਉਹਨਾਂ ਨੂੰ ਆਖੀਏ ਵੀ ਅਸੀਂ ਤੁਹਾਡੀ ਸੇਵਾ ਪੂਰੀ ਕਰਾਂਗੇ, ਤੁਹਾਨੂੰ ਵਧੀਆ ਮੰਜਾ ਬਿਸਤਰਾ ਦੇਵਾਂਗੇ, ਵਧੀਆ ਤੁਹਾਨੂੰ ਪਹਿਨਣ ਵਾਸਤੇ ਕੱਪੜੇ ਦੇਵਾਂਗੇ, ਪਰ ਜੋ ਤੁਸੀਂ ਆਖੋਗੇ ਅਸੀਂ ਤੁਹਾਡਾ ਕਹਿਣਾ ਨਹੀਂ ਮੰਨਣਾ, ਵੀ ਉਹਦਾ ਸੇਵਾ ਤੁਹਾਡੀ ਕਰਾਂਗੇ ਪੂਰੀ, ਦਿਖਾਵਾ ਪੂਰਾ ਕਰਾਂਗੇ ਵੀ ਦੇਖਣ ਵਾਲੇ ਨੂੰ ਲੱਗੇ ਵੀ ਇੰਨੀ ਸੇਵਾ ਕਰਦੇ, ਪਰ ਜੋ ਤੁਸੀਂ ਆਖੋਗੇ ਤੁਹਾਡੀ ਗੱਲ ਨਹੀਂ ਅਸੀਂ ਮੰਨਣੀ, ਤੁਹਾਡਾ ਕਹਿਣਾ ਨਹੀਂ ਮੰਨਾਂਗੇ। ਅਤੇ ਉਹਦਾ ਫਿਰ ਇਕੱਲਾ ਬਾਹਰੀ ਦਿਖਾਵਾ ਹੋ ਗਿਆ ਨਾ ਵੀ ਉਹ ਤਾਂ ਅਸਲ ਸੇਵਾ ਤਾਂ ਇਹ ਹੈ ਵੀ ਜੋ ਉਹਨਾਂ ਨੇ ਕਹਿਣਾ ਅਸੀਂ ਉਹਨਾਂ ਦੇ ਆਖੇ ਲੱਗਣਾ, ਉਹਨਾਂ ਦੇ ਬਚਨ ਮੰਨਣਾ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ, ਜੇ ਅਸੀਂ ਇਹਨਾਂ ਦਾ ਬਚਨ ਤਾਂ ਮੰਨਦੇ ਨਹੀਂ, ਬਾਹਰੀ ਅਸੀਂ ਕਹਿੰਦੇ ਵੀ ਅਸੀਂ ਸੇਵਾ ਬਹੁਤ ਕਰਦੇ ਹਾਂ, ਪਹਿਰਾਵਾ ਬਹੁਤ ਸੋਹਣਾ, ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਅਸਲ ਸੇਵਾ ਤਾਂ ਵੀ ਤੁਸੀਂ ਬਚਨ ਤਾਂ ਮੰਨੋ ਜੋ ਸਾਨੂੰ ਕਹਿ ਰਹੇ ਨੇ। ਜੇ ਅਸੀਂ ਬਚਨ ਮੰਨਾਂਗੇ ਤੇ ਤਾਂ ਸਾਡਾ ਪਾਰ ਉਤਾਰਾ ਹੋਣਾ, ਜੇ ਅਸੀਂ ਬਚਨ ਨਹੀਂ ਮੰਨਦੇ ਫਿਰ ਮਹਾਰਾਜ ਕਹਿੰਦੇ ਵੀ ਚਾਹੇ ਜੀਵ 100 ਵਾਰੀ ਵੀ ਆਵੇ ਜਾਵੇ, ਮੱਥਾ ਟੇਕੇ ਨਮਸਕਾਰ ਕਰੇ, ਪਰ ਜਦ ਤੱਕ ਉਹ ਬਚਨ ਨਹੀਂ ਮੰਨਦਾ ਉਹਦੀ ਅਵਸਥਾ ਨਹੀਂ ਬਦਲਦੀ, ਉਹਦੇ ਅੰਦਰੋਂ ਵੈਰ ਵਿਰੋਧ ਨਹੀਂ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਬੂਝਾਓ।
महाराज कहते सवेरे शाम की 2-4 वारी की 100 वारी आवो जाओ भी ज़्यादा कि सानू सतगुरां दे बचनां ते प्रतीत नहीं आउंदी। असीं इन्हां दे वचन मनदे नहीं, इन्हां दा कहना नहीं मनदे। उन्हां समां साडा मन किवें सुखी होवे, किवें साडे दुख खत्म होण, किवें साडे मन नूं शांति आवे। फिर आपां नूं समझाउंदे भी जिहड़ी कार सानू गुरु कह रहे भी इन्हां दी दसी हुई कार कमावो। गुर कहिया साकार कमावो, गुर की करनी काहे धावो। बई गुरु की दसी हुई कार कमावो, गुरु का कहना मन। आओ हुण जो सानू गुरु कार करन नूं कह रहे, वो कह रहे भी सिमरन करो, ये तुहाडा असल कारज है। राम सिमर इहा तेरे काज है। जदों असी ये गुरु का वचन मनांगे कमावांगे तो असी सुखी होवांगे होवांगे। आओ हुण जो सानू सतगुरु कह रहे सास गिरा सिमरन अभ्यास। आओ सारे गुरमुख प्यारे करो जी शुरू। वाहे गुरु 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 वाहेगुरु 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 वाहिगुरु जी का खालसा वाहिगुरु जी की फतेह। इस तरीके नाल गुरमुख प्यारिओ जदों ही आपां सिमरन अभ्यास करते हैं फिर अपना मन है जिहड़ा जागत अवस्था च आउंदा विचारां तो फुरनियां तो रहत हुंदा फिर ही असीं आपदे घर जा सकदे सहज अवस्था दे विच। जदों मन सहज आ जाता फिर ये समझदा भी जो ये तेरा भाना है
ਇਸੇ ਵਾਸਤਾ ਜੀ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ, ਸੋਈ ਹੋਗਾ ਜੋ ਤਿਸ ਭਾਣਾ, ਅਵਰ ਨਾ ਕਿਨਹੀ ਕੀਆ। ਬਈ ਹੋਰ ਕੋਈ ਦੂਸਰਾ ਨਹੀਂ ਕਰਨ ਵਾਲਾ, ਜੋ ਤੇਰਾ ਭਾਣਾ ਉਹੀਓ ਹੰਤ। ਹੁਣ ਜੇ ਸਾਰਾ ਕੁਛ ਉਹਦੇ ਭਾਣੇ 'ਚ ਹੀ ਹੈ ਤੇ ਫਿਰ ਆਪਾਂ ਸਮਝਾਉਂਦੇ ਕਿਹਨੂੰ? ਵੀ ਇਹ ਕਥਾ ਵਿਚਾਰ ਕਾਹਦੇ ਵਾਸਤੇ ਗਿਆ? ਔਰ ਇਹ ਆਪਾਂ ਕਿਸੇ ਹੋਰ ਨੂੰ ਨਹੀਂ ਸਮਝਾਉਂਦੇ, ਅਸੀਂ ਆਪਦੇ ਆਪ ਨੂੰ ਆਪ ਹੀ ਸਮਝਾ ਰਹੇ। ਮਾਰੇ ਫਰਮਾਉਂਦੇ, ਨਾਨਕ ਕਲ ਕਾ ਇਹ ਪ੍ਰਵਾਨ, ਆਪੇ ਆਖਣ ਆਪੇ ਜਾਣ। ਵੀ ਕਲਯੁਗ ਦੇ ਵਿੱਚ ਕਿਸੇ ਹੋਰ ਨੂੰ ਨਹੀਂ ਸਮਝਾਉਣਾ, ਇਹਦਾ ਮਾਲਕ ਬੋਲ ਰਿਹਾ ਤੇ ਆਪਾਂ ਆਪਦੇ ਆਪ ਨੂੰ ਹੀ ਸਮਝਾਉਣਾ। ਵੀ ਉਹ ਦੱਸ ਰਿਹਾ ਤੇ ਸਾਡੇ ਮਨ ਨੇ ਸਮਝਣਾ, ਉਹਨੇ ਸੋਝੀ ਲੈਣੀ, ਉਹਨੇ ਗਿਆਨ ਲੈਣਾ, ਭੇਤ ਲੈਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰਾ ਖੇਲ ਮਾਲਕ ਦਾ ਆਪਣਾ। ਬਈ ਉਹ ਚਟਸਾਲ ਕਹਿੰਦੇ ਸਕੂਲ ਨੂੰ, ਵੀ ਉਹ ਵੀ ਆਪ ਹੀ ਹੈ। ਪਾਂਦਾ ਪੜ੍ਹਾਉਣ ਵਾਲਾ ਟੀਚਰ ਉਹ ਵੀ ਆਪ ਹੀ ਹੈ, ਤੇ ਚਾਟੜੇ ਬੱਚੇ ਪੜ੍ਹਨ ਵਾਲੇ ਉਹ ਵੀ ਉਹ ਆਪ ਹੀ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਮਹਾਰਾਜ ਤਾਈਓ ਫਰਮਾਉਂਦੇ, ਆਪੇ ਚਟਸਾਲ ਆਪੇ ਪੰਧ, ਆਪੇ ਚਾਟੜੇ ਪੜ੍ਹਨ ਕੋ ਆਣੇ। ਬਈ ਇਹ ਮਾਲਕ ਦਾ ਆਪਣਾ ਹੀ ਖੇਲ ਹੈ ਸਾਰਾ। ਉਹ ਆਪ ਹੀ ਸਕੂਲ ਹੈ, ਆਪ ਹੀ ਪਾਂਧਾ ਪੜ੍ਹਾਉਣ ਵਾਲਾ, ਆਪ ਹੀ ਪੜ੍ਹਨ ਵਾਲਾ, ਸਾਰਾ ਉਹਦਾ ਆਪਦਾ ਹੀ ਆਪਣਾ ਹੀ ਖੇਲ ਹੈ। ਔਰ ਇਹ ਜੋ ਖੇਲ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਸਾਰਾ ਬ੍ਰਹਮ ਦਾ ਗਿਆਨ ਜੇ ਆਪਾਂ ਨੂੰ ਹੋ ਜਾਏਗਾ ਤੇ ਇਹਦੇ ਨਾਲ ਸਾਡਾ ਮਨ ਜਿਹੜਾ ਸੀਤਲ ਹੋ ਜਾਏਗਾ, ਠੰਡਾ ਹੋ ਜਾਏਗਾ। ਫਿਰ ਇਹ ਦੁੱਖਾਂ 'ਚ ਨਹੀਂ ਜਾਂਦਾ, ਫਿਰ ਇਹ ਦੁਖੀ ਨਹੀਂ ਹੁੰਦਾ, ਫਿਰ ਇਹ ਕਲਪਦਾ। ਮਹਾਰਾਜ ਤਾਈਓ ਫਰਮਾਉਂਦੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾ। ਵੀ ਜਿਸ ਦੁਰਮਤ ਦੀ ਅਗਨ 'ਚ ਜਗਤ ਸੜਦਾ, ਜੇ ਸਾਨੂੰ ਬ੍ਰਹਮ ਦਾ ਗਿਆਨ ਹੋ ਜਾਏਗਾ, ਸਾਡਾ ਮਨ ਸੀਤਲ ਹੋ ਜਾਣਾ, ਠੰਡਾ ਹੋ ਜਾਣਾ, ਫਿਰ ਨਹੀਂ ਇਹ ਕਲਪੇਗਾ, ਫਿਰ ਇਹ ਦੁਖੀ ਨਹੀਂ ਹੋਏਗਾ। ਜੋ ਮਰਜ਼ੀ ਹੋਈ ਜਾਵੇ, ਫਿਰ ਨਹੀਂ ਇਹ ਦੁਖੀ ਹੁੰਦਾ। ਦੁੱਖ ਉਦੋਂ ਜਦੋਂ ਸਾਨੂੰ ਗਿਆਨ ਨਹੀਂ, ਜਦੋਂ ਸਾਨੂੰ ਸੋਝੀ ਨਹੀਂ, ਫਿਰ ਅਸੀਂ ਉਹੀ ਕਲਪੀ ਜਾਂਦੇ, ਬਿਨਾਂ ਵਜ੍ਹਾ ਤੋਂ ਹੀ ਦੁਖੀ ਹੋਈ ਜਾਂਦੇ ਅਸੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਇਹ ਸਾਨੂੰ ਸਾਰਿਆਂ ਨੂੰ ਜ਼ਰੂਰੀ ਹੈ। ਜਿਵੇਂ ਹੁਣ ਆਪਾਂ ਸੰਸਾਰ ਦੀ ਵਿੱਦਿਆ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਨਾਲ ਇਹ ਬ੍ਰਹਮ ਵਿੱਦਿਆ, ਬ੍ਰਹਮ ਦਾ ਗਿਆਨ ਵੀ ਜ਼ਰੂਰੀ। ਜੇ ਸਾਨੂੰ ਆਪ ਨੂੰ ਇਹ ਗਿਆਨ ਹੋਏਗਾ, ਅਸੀਂ ਬੱਚਿਆਂ ਨੂੰ ਇਹ ਗਿਆਨ ਦਿਵਾਵਾਂਗੇ, ਫਿਰ ਉਹਨਾਂ ਦਾ ਆਉਣ ਵਾਲਾ ਜਿਹੜਾ ਭਵਿੱਖ, ਅੱਗੇ ਆਉਣ ਵਾਲੀ ਪੀੜ੍ਹੀ, ਉਹ ਬਹੁਤ ਸੁਖੀ ਹੋਏਗੀ। ਉਹਨਾਂ ਦੇ ਮਨ ਸਹਿਜ ਵਿੱਚ ਰਹਿਣਗੇ, ਸ਼ਾਂਤ ਰਹਿਣਗੇ। ਜੇ ਅਸੀਂ ਇਹ ਇਕੱਲਾ ਸੰਸਾਰੀ ਵਿੱਦਿਆ ਨੂੰ ਹੀ ਰੱਖਿਆ ਮੁੱਖ, ਇਹ ਬ੍ਰਹਮ ਦਾ ਗਿਆਨ ਨਾ ਦਿੱਤਾ ਉਹਨਾਂ ਨੂੰ, ਫਿਰ ਆਪਾਂ ਦੇਖਦੇ ਹੀ ਆਉਣ ਵਾਲਾ ਸਮਾਂ ਜਿਹੜਾ ਕਿੱਦਾਂ ਬੱਚੇ ਕਿੱਧਰ ਨੂੰ ਜਾ ਰਹੇ ਤੇ ਗਾਂ ਉਹਨਾਂ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਏਗਾ। ਇਸ ਵਾਸਤੇ ਫਿਰ ਸਭ ਤੋਂ ਪਹਿਲਾਂ ਮਾਤਾ ਪਿਤਾ ਗੁਰੂ, ਸਾਨੂੰ ਆਪ ਨੂੰ ਸੰਗਤ ਕਰਨੀ ਚਾਹੀਦੀ। ਸਾਨੂੰ ਆਪ ਨੂੰ ਜੇ ਗਿਆਨ ਹੋਏਗਾ, ਫਿਰ ਹੀ ਅਸੀਂ ਅੱਗੇ ਬੱਚਿਆਂ ਨੂੰ ਦੇ ਸਕਦੇ। ਜੇ ਸਾਨੂੰ ਆਪ ਨੂੰ ਹੀ ਭੇਦ ਨਹੀਂ, ਆਪ ਹੀ ਨਹੀਂ ਅਸੀਂ ਸਿਮਰਨ ਕਰਾਂਗੇ, ਫਿਰ ਅਸੀਂ ਬੱਚਿਆਂ ਨੂੰ ਕੀ ਸਮਝਾਵਾਂਗੇ, ਕੀ ਦੱਸਾਂਗੇ ਉਹਨਾਂ ਨੂੰ? ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਆਪ ਵੀ ਸਿਮਰਨ ਕਰੋ, ਵੱਧ ਤੋਂ ਵੱਧ ਗੁਰਬਾਣੀ ਗੁਰੂ ਨੂੰ ਪੜ੍ਹੋ, ਵਿਚਾਰੋ, ਆਪ ਵੀ ਵੱਧ ਤੋਂ ਵੱਧ ਸਤ ਸੰਗਤ ਕਰੋ, ਅਤੇ ਨਾਲ ਜੋ ਬੱਚੇ ਉਹਨਾਂ ਨੂੰ ਵੀ ਸੰਗਤ ਕਰਾਓ, ਤਾਂ ਕਿ ਉਹਨਾਂ ਨੂੰ ਵੀ ਭੇਤ ਆਵੇ, ਸੋਝੀ ਆਵੇ। ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਾਂ ਇਹ ਗਿਆਨ ਨੂੰ ਹਿਰਦੇ 'ਚ ਵਸਾ ਕੇ ਆਪਣੇ ਜੀਵਨ ਦਾ ਜਿਹੜਾ ਲਾਹਾ ਉਹ ਅਸੀਂ ਲਾਹਾ ਖੱਟ ਸਕੀਏ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਹਾਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ
ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।